ਹੈਲੋ ਸਟੂਡੈਂਟਸ, ਇਹ ਜੋ ਸਟੋਰੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਮੈਂ ਅਖੀਰ ਤੱਕ ਪੜ੍ਹੀ, ਇਹਦਾ ਲੈਸਨ ਵੀ ਬਣਾ ਲਿਆ, ਸਾਰੀ ਟਰਾਂਸਲੇਸ਼ਨ ਵੀ ਕਰਤੀ। ਅਖੀਰ ਤੇ ਜੋ ਮੈਨੂੰ ਸਵਾਦ ਆਇਆ ਉਹੀ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਿਹਾ। ਕਿਰਪਾ ਕਰਕੇ ਇਹਨੂੰ ਅਖੀਰ ਤੱਕ ਜ਼ਰੂਰ ਸੁਣਨਾ ਕਿ ਜਿੱਦਾਂ ਅਖੀਰ 'ਚ ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ ਸੀ, ਸ਼ਾਇਦ ਤੁਹਾਨੂੰ ਵੀ ਉਹੋ ਜਿਹੀ ਫੀਲਿੰਗ ਇਸ ਸਟੋਰੀ ਨੂੰ ਸਾਰੀ ਸੁਣਨ ਤੋਂ ਬਾਅਦ ਅਖੀਰ ਤੇ ਆਵੇ। ਸੋ ਪੂਰੀ ਸਟੋਰੀ ਸੁਣਨਾ, ਤੁਹਾਨੂੰ ਮਜ਼ਾ ਆਏਗਾ। ਸੋ ਮੈਂ ਪੂਰੀ ਉਮੀਦ ਕਰਦਾ ਕਿ ਤੁਸੀਂ ਬਹੁਤ ਵਧੀਆ ਹੋਵੋਗੇ। ਇੰਗਲਿਸ਼ ਅੱਗੇ ਨਾਲੋਂ ਸੌਖੀ ਲੱਗ ਰਹੀ ਹੋਏਗੀ, ਪੜ੍ਹਾਈ ਕਰਨ 'ਚ ਅੱਗੇ ਨਾਲੋਂ ਜ਼ਿਆਦਾ ਮਜ਼ਾ ਆ ਰਿਹਾ ਹੋਏਗਾ, ਸਭ ਕੁਝ ਅੱਛਾ ਚੱਲ ਰਿਹਾ ਹੋਏਗਾ। ਓਕੇ, ਸੋ ਡੀਅਰ ਸਟੂਡੈਂਟਸ, ਭਾਵੇਂ ਅੱਜ ਕੱਲ੍ਹ ਵਾਇਰਸ ਦਾ ਟਾਈਮ ਚੱਲ ਰਿਹਾ, ਪਰ ਇੱਕ ਗੱਲ ਦਾ ਸ਼ੁਕਰ ਹੈ ਕਿ ਨਥਿੰਗ ਇਜ਼ ਪਰਮਾਨੈਂਟ, ਕਿ ਕੁਝ ਵੀ ਪਰਮਾਨੈਂਟ ਨਹੀਂ ਹੈ। ਠੀਕ ਹੈ, ਇਹ ਨਹੀਂ ਕਿ ਵਾਇਰਸ ਆਇਆ ਤੇ ਸਦਾ ਇੱਥੇ ਹੀ ਬਣਿਆ ਰਹੇਗਾ। ਰੱਬ ਨੇ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਬਣਾਈ। ਓਕੇ, ਸੋ ਇਹ ਵੀ ਥੋੜ੍ਹੀ ਦੇਰ ਬਾਅਦ ਚੱਲ ਜਾਏਗਾ। ਅਸੀਂ ਜਦੋਂ ਛੋਟੇ ਹੁੰਦਿਆਂ ਬਿਮਾਰ ਪੈਂਦੇ ਸੀ ਤੇ ਸਾਨੂੰ ਸਾਰੇ ਕਹਿੰਦੇ ਹੁੰਦੇ ਸੀ ਦੁੱਧ ਪੀਆ ਕਰ, ਤਾਕਤ ਆਏਗੀ। ਓਕੇ, ਇਮਿਊਨ ਸਿਸਟਮ ਵਧੀਆ ਹੋਏਗਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ, ਨਿਊਟ੍ਰੀਸ਼ਨਲ ਵੈਲਿਊ ਕਾਫੀ ਹੁੰਦੀ ਹੈ, ਇਹ ਸਾਰੇ ਤਰ੍ਹਾਂ ਦੇ ਤੱਤ ਹੁੰਦੇ ਨੇ। ਓਕੇ, ਸੋ ਅਸੀਂ ਪੀਂਦੇ ਹੁੰਦੇ ਸੀ ਤੇ ਸੱਚਮੁੱਚ ਇਸਨੇ ਸਾਡੇ ਵਿੱਚ ਕਾਫੀ ਹੱਦ ਤੱਕ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਹੈ। ਸੋ ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਲੈਸਨ ਅੱਜ ਅਸੀਂ ਕਰਾਂਗੇ, ਅ ਗਲਾਸ ਆਫ ਮਿਲਕ। ਸੋ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪ੍ਰੀ ਰੀਡਿੰਗ ਕਰਦੇ ਹਾਂ। ਪ੍ਰੀ ਰੀਡਿੰਗ ਵਿੱਚ ਆਪਾਂ ਉਹੀ ਕੁਝ ਕਰਾਂਗੇ ਜੋ ਅਸੀਂ ਪਿਛਲੇ ਲੈਸਨ ਵਿੱਚ ਕੀਤਾ ਸੀ, ਕਿ ਨਵੇਂ ਵਰਡਸ ਪਹਿਲਾਂ ਸਿੱਖਾਂਗੇ। ਓਕੇ, ਤਾਂ ਕਿ ਜਦੋਂ ਅਸੀਂ ਲੈਸਨ ਪੜ੍ਹੀਏ ਸਾਨੂੰ ਲੈਸਨ ਪੜ੍ਹਨ 'ਚ ਕੋਈ ਦਿੱਕਤ ਨਾ ਆਵੇ। ਸੋ ਫਸਟ ਕੀ ਹੈ? ਕੰਪਲਿਕੇਟਡ। ਕੰਪਲਿਕੇਟਡ ਕੀ ਹੁੰਦਾ ਹੈ? ਗੁੰਝਲਦਾਰ। ਓਕੇ, ਗੁੰਝਲਦਾਰ ਕੋਈ ਚੀਜ਼ ਸਾਨੂੰ ਸਮਝ ਹੀ ਨਾ ਆਵੇ, ਕੋਈ ਮੈਥ ਦਾ ਸਮ ਨਾ ਸਮਝ ਆਵੇ, ਸਾਰਾ ਬੜਾ ਕੰਪਲਿਕੇਟਡ ਹੈ। ਕੋਈ ਸਾਨੂੰ ਰਿਡਲ ਯਾਨੀ ਬੁਝਾਰਤ, ਪਜ਼ਲ ਕੋਈ ਪਾ ਦੇਵੇ, ਬੜੀ ਕੰਪਲਿਕੇਟਡ ਹੈ ਜੀ। ਸੋ ਗੁੰਝਲਦਾਰ। ਨੈਕਸਟ ਕੀ ਹੈ? ਡਾਇਗਨੋਜ਼। ਸੋ ਡਾਇਗਨੋਜ਼ ਕੀ ਹੁੰਦਾ ਹੈ? ਕਿਸੇ ਪ੍ਰੋਬਲਮ ਨੂੰ ਸਰਚ ਕਰਨਾ, ਕਿਸੇ ਪ੍ਰੋਬਲਮ ਨੂੰ ਲੱਭਣਾ ਕਿ ਹੈ ਕੀ। ਅਕਸਰ ਬਿਮਾਰੀ ਨੂੰ ਡਾਇਗਨੋਜ਼ ਕੀਤਾ ਜਾਂਦਾ। ਜੇ ਤੁਹਾਡੇ ਕੰਪਿਊਟਰ 'ਚ ਕੁਝ ਖਰਾਬੀ ਆ ਜੇ ਤਾਂ ਡਾਇਗਨੋਜ਼ ਕੀਤਾ ਜਾਂਦਾ ਕਿ ਉਹ 'ਚ ਕੀ ਖਰਾਬੀ ਆਈ। ਠੀਕ, ਡਾਇਗਨੋਜ਼ ਦਾ ਮਤਲਬ ਹੋਇਆ ਬਿਮਾਰੀ ਨੂੰ ਲੱਭਣਾ। ਨੈਕਸਟ ਹੈ ਸਰਜਰੀ। ਸੋ ਸਰਜਰੀ ਜੇ ਤਾਂ ਕਿਸੇ ਡਾਕਟਰ ਨੂੰ ਪੁੱਛੀਏ ਤਾਂ ਉਹ ਕਹਿਣਗੇ ਕਿ ਪੱਟੀ ਕਰਨੀ ਉਹ ਵੀ ਸਰਜਰੀ ਹੈ, ਟਾਂਕੇ ਲਗਾਉਣੇ ਉਹ ਵੀ ਸਰਜਰੀ ਹੈ। ਸੋ ਆਮ ਲੋਕਾਂ ਦੀ ਜ਼ੁਬਾਨ ਵਿੱਚ ਸਰਜਰੀ ਕੀ ਹੁੰਦਾ? ਆਪਰੇਸ਼ਨ। ਅਟੈਂਸ਼ਨ। ਅਟੈਂਸ਼ਨ ਮਤਲਬ ਧਿਆਨ ਦੇਣਾ, ਸਾਵਧਾਨ। ਓਕੇ, ਸੋ ਨੈਕਸਟ ਹੈ ਸਟਰਗਲ। ਸਟਰਗਲ ਮਤਲਬ ਜਦੋਜਹਿਦ ਕਰਨਾ, ਮਿਹਨਤ ਕਰਨਾ, ਕਿਸੇ ਚੀਜ਼ 'ਚ ਕਾਮਯਾਬ ਹੋਣ ਲਈ ਲੜਾਈ ਕਰਨਾ। ਓਕੇ, ਸੋ ਨੈਕਸਟ ਹੈ ਡਿਸਕਸ। ਡਿਸਕਸ ਮਤਲਬ ਵਿਚਾਰ ਵਟਾਂਦਰਾ ਕਰਨਾ, ਕਿਸੇ ਨਾਲ ਕੋਈ ਚੀਜ਼ ਵਿਚਾਰਨੀ। ਓਕੇ, ਜਿਵੇਂ ਕੋਈ ਪ੍ਰੋਬਲਮ ਸਾਹਮਣੇ ਤੁਹਾਡੇ ਕੋਲ, ਕੋਈ ਚੀਜ਼ ਨਹੀਂ ਸਮਝ ਆ ਰਹੀ, ਆਪਣੇ ਟੀਚਰ ਨਾਲ ਜਾ ਕੇ ਤੁਸੀਂ ਡਿਸਕਸ ਕਰ ਸਕਦੇ ਹੋ। ਓਕੇ, ਸੋ ਕਿਸੇ ਕੋਲ ਜਾ ਕੇ ਕਿਸੇ ਵਿਸ਼ੇ ਤੇ ਕੋਈ ਵਿਚਾਰ ਕਰਨੀ, ਉਹਨੂੰ ਕਹਿੰਦੇ ਆਪਾਂ ਉਹਨਾਂ ਨਾਲ ਡਿਸਕਸ਼ਨ ਕਰ ਰਹੇ ਹਾਂ, ਯਾਨੀ ਡਿਸਕਸ ਕਰ ਰਹੇ ਹਾਂ। ਚਲੋ ਹੁਣ ਆਪਾਂ ਸਟਾਰਟ ਕਰੀਏ। ਲੈਟ ਅਸ ਰੀਡ ਦਾ ਪਲੇ। ਪਲੇ ਹੁੰਦਾ ਨਾਟਕ। ਕਹਿੰਦੇ ਆਓ ਅਸੀਂ ਨਾਟਕ ਪੜ੍ਹੀਏ। ਹੁਣ ਨਾਟਕ ਦੇ ਵਿੱਚ ਤਾਂ ਸੀਨ ਹੋਣਗੇ। ਠੀਕ ਹੈ, ਸੋ ਪਹਿਲਾ ਸੀਨ ਦੇਖਦੇ ਹਾਂ ਕੀ ਹੈ। ਸੀਨ 1। ਟਾਈਮ ਕੀ ਦਿੱਤਾ ਹੈ? ਆਫਟਰਨੂਨ ਯਾਨੀ ਦੁਪਹਿਰ ਦਾ। ਲੋਕੇਸ਼ਨ ਕੀ ਹੈ? ਯਾਨੀ ਕਿਹੜੀ ਜਗ੍ਹਾ ਤੇ ਇਹ ਸੀਨ 1 ਹੋ ਰਿਹਾ ਹੈ। ਉਸ ਜਗ੍ਹਾ ਦਾ ਨਾਮ ਹੈ ਬਲੈਕਪੂਲ, ਅ ਸਮਾਲ ਟਾਊਨ ਇਨ ਇੰਗਲੈਂਡ। ਇੰਗਲੈਂਡ ਦਾ ਇੱਕ ਛੋਟਾ ਨਗਰ ਹੈ ਜਿਹਦਾ ਨਾਮ ਕੀ ਹੈ? ਬਲੈਕਪੂਲ। ਕਰੈਕਟਰਸ। ਕਰੈਕਟਰਸ ਹੁੰਦੇ ਨੇ ਐਕਟਰ। ਠੀਕ ਹੈ, ਜਿਹੜੇ ਉਹਦੇ 'ਚ ਪਾਰਟਿਸਿਪੇਟ ਕਰਦੇ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਪਾਤਰ। ਠੀਕ, so there are two characters. First one is a boy and the other a lady. So boy ਦਾ ਕੀ ਨਾਮ ਹੈ? ਹਾਵਰਡ ਕੈਲੇ, ਤੇ ਲੇਡੀ ਦਾ ਨਾਮ ਅਨੀਤਾ। ਸੋ ਆਓ ਦੇਖਦੇ ਹਾਂ ਸੀਨ ਕੀ ਹੈ। A small and narrow street, afternoon time. ਇੱਕ ਛੋਟੀ ਅਤੇ ਤੰਗ ਗਲੀ, ਦੁਪਹਿਰ ਦਾ ਸਮਾਂ। A small boy selling things from door to door. ਛੋਟਾ ਲੜਕਾ ਚੀਜ਼ਾਂ ਵੇਚ ਰਿਹਾ ਹੈ ਘਰ ਘਰ ਜਾ ਕੇ। ਬॉय ਟੂ ਹਿਮਸੈਲਫ। ਲੜਕਾ ਆਪਣੇ ਆਪ ਨੂੰ ਕਹਿੰਦਾ ਹੈ ਆਈ ਮਸਟ ਸੈਲ 2 more ਬੁੱਕਸ। ਮੈਂ 2 ਹੋਰ ਕਿਤਾਬਾਂ ਜ਼ਰੂਰ ਵੇਚਾਂਗਾ। ਹਾਊ ਵਿਲ ਆਈ ਗਿਵ ਮਾਈ ਸਕੂਲ ਫੀ ਇਫ ਆਈ ਡੋਂਟ ਸੈਲ ਥੀਸ ਬੁੱਕਸ। ਜੇ ਮੈਂ ਇਹ ਕਿਤਾਬਾਂ ਨਾ ਵੇਚਦਾ ਤਾਂ ਮੈਂ ਆਪਣੀ ਸਕੂਲ ਦੀ ਫੀਸ ਕਿੱਦਾਂ ਦੇਵਾਂਗਾ। ਬਟ
इट इज़ अ हॉट आफ्टरनून, पर ये बहुत ज़्यादा गर्म शिखर दोपहर है। आई एम सो हंग्री एंड थर्स्टी, मैं बहुत भुखा हाँ अते प्यासा हाँ। आई थिंक, मैं सोचता हाँ, आई मस्ट आस्क फॉर सम वाटर फ्रॉम द नेक्स्ट हाउस, मैं सोचदा कि क्यों ना अगले घर तो कुछ मैं पानी मंग लवां। द बॉय रिंग्स द बैल, अ लेडी ओपन्स द डोर, लड़का अगले घर दी बैल वजांदा ते एक लेडी दरवाजा खोलदी है। हुण बॉय दी हालत की होई हुई है, टायर्ड एंड हंग्री, वो थकिया होया है अते भुखा है। की कहंदा है, गुड आफ्टरनून मैम, के मैडम गुड आफ्टरनून। लेडी पोलाइटली, हुण लेडी किस तरह बोल रही है, बड़ी पोलाइटली यानी निम्रता दे नाल। गुड आफ्टरनून, डू यू वांट समथिंग, वो भी कहती है गुड आफ्टरनून, कहती तेनू कुछ चाहिए। बॉय, लड़का की कहता, माई नेम इज हावर्ड, हावर्ड कैले, आई एम सैलिंग दीज बुक्स, मेरा नाम हावर्ड है, हावर्ड कैले, ते मैं यह किताबां वेच रहा हाँ। विल यू बाय वन ऑफ माई बुक्स, कि तू मेरिया किताबां विचों एक किताब खरीदेंगी। लेडी की कहती है, यू आर वेरी स्मॉल, तू बहुत छोटा है, यू शुड बी इन स्कूल एंड नॉट सेलिंग थिंग्स, तैन तो स्कूल होना चाहिए ना कि किताबां वेचन ली। बॉय फिर की कहता है, यस मैम, आई नीड टू पे फॉर माई फी, हाँ मैडम मैं अपने स्कूल की फीस देना चाहता हाँ। नीड होंदा वांट, ओके। फॉर दिस रीजन आई गो डोर टू डोर सेलिंग बुक्स, इसे करके मैं घरों घरी जाके यह किताबां वेच रहा। एंड हेजिटेटिंगली, हेजिटेटिंगली होंदा हिचकिचाहट नाल, ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਹਿਣ ਤੋਂ ਥੋੜੀ ਹਿਚਕਿਚਾਹਟ ਕਰੀਏ। ਸੋ ਉਹ ਹਿਚਕਿਚਾਹਟ ਨਾਲ ਕੀ ਕਹਿੰਦਾ, ਕੈਨ ਆਈ ਗੈਟ ਸਮ ਵਾਟਰ ਪਲੀਜ਼, ਕਿ ਮੈਨੂੰ ਕੁਝ ਪਾਣੀ ਮਿਲ ਸਕਦਾ ਹੈ। आई एम वेरी थर्स्टी, मैं बहुत प्यासा हाँ। द लेडी लुक्स एट हिम एंड सेज, लेडी ਉਹਦੇ ਵੱਲ देखती है ਅਤੇ ਕਹਿੰਦੀ है, श्योर जस्ट अ फ्यू मिनट्स चाइल्ड, हाँ ज़रूर बच्चे तू कुछ देर रुक। goes inside, ਉਹ ਅੰਦਰ ਜਾਂਦੀ ਹੈ and comes back with a glass, ਅਤੇ ਇੱਕ ਗਲਾਸ ਦੇ ਨਾਲ ਉਹ ਵਾਪਸ ਆਂਦੀ ਹੈ। here you are, ਤੂੰ ਇਹ ਲੈ। here some milk, ਇਹ ਹੈ ਕੁਛ ਦੁੱਧ। you are so weak, ਤੂੰ ਬਹੁਤ ਕਮਜ਼ੋਰ ਹੈ। it appears you haven't eaten for days, ਇੱਦਾਂ ਲੱਗਦਾ ਹੈ, appears ਕੀ ਹੁੰਦਾ, ਲੱਗਦਾ ਹੈ ਕਿ ਤੂੰ ਬੜੇ ਦਿਨ ਹੋ ਗਏ ਕੁਝ ਨਹੀਂ ਖਾਦਾ। boy, ਹੁਣ ਲੜਕਾ ਕੀ ਕਹਿੰਦਾ, ਟੇਕਿੰਗ ਦਾ ਗਲਾਸ ਫਰੋਮ ਦਾ ਲੇਡੀ ਐਂਡ ਡਰਿੰਕਿੰਗ ਇਟ, ਹੁਣ ਲੜਕਾ ਉਸ ਲੇਡੀ ਕੋਲੋਂ ਗਲਾਸ ਲੈਂਦਾ ਦੁੱਧ ਦਾ ਤੇ ਉਹਨੂੰ ਪੀਣ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਕੀ ਕਹਿੰਦਾ, ਥੈਂਕ ਯੂ ਸੋ ਮਚ ਮੈਮ, ਯੂ ਆਰ ਵੈਰੀ ਕਾਈਂਡ, ਕਿ ਮੈਡਮ ਤੁਹਾਡਾ ਬੜਾ ਧੰਨਵਾਦ, ਤੁਸੀਂ ਬਹੁਤ ਦਿਆਲੂ ਹੋ। ਹਾਊ ਮਚ ਡੂ ਆਈ ਓ ਯੂ ਫॉर द ਮਿਲਕ, ਹੁਣ ਉਹ ਥੋੜਾ ਹਿਚਕਿਚਾਹਟ ਵਿੱਚ ਬੋਲਦਾ, ਕਹਿੰਦਾ ਬਈ ਤੁਸੀਂ ਮੈਨੂੰ ਦੁੱਧ ਦਾ ਗਲਾਸ ਦਿੱਤਾ, ਕਿੰਨੇ ਪੈਸੇ ਤੁਹਾਨੂੰ ਮੈਂ ਤੇ ਦੇਵਾਂ। ਲੇਡੀ ਸਪੀਕਿੰਗ ਵਾਰਮਲੀ, ਲੇਡੀ ਬੜੇ ਐਨ ਨਿੱਘੇ ਚ ਆ ਕੇ ਕਹਿੰਦੀ ਹੈ, ਨਥਿੰਗ, ਯੂ ਓ ਮੀ ਨਥਿੰਗ, ਓ ਮੀ ਹੁੰਦਾ ਤੁਸੀਂ ਮੈਨੂੰ ਦੇਣੇ ਹਨ। ਸੋ ਲੇਡੀ ਕਹਿੰਦੀ ਹੈ, ਕੁਝ ਵੀ ਨਹੀਂ, ਤੁਸੀਂ ਮੈਨੂੰ ਕੁਝ ਵੀ ਨਹੀਂ ਦੇਣਾ। ਮਾਈ ਮਦਰ ਹੈਜ਼ ਟੌਟ ਮੀ ਨੋਟ ਟੂ ਐਕਸੈਪਟ ਪੇਮੈਂਟ ਫॉर ਅ ਡੀਡ ਆਫ ਕਾਈਂਡਨੈਸ, ਮੇਰੇ ਮੰਮੀ ਨੇ ਮੈਨੂੰ ਸਿਖਾਇਆ ਹੈ ਕਿ ਕਿਸੇ ਕੋਲ ਪੈਸੇ ਨਾ ਲਵੋ। ਅੱਛਾ, ਕਿਸ ਗੱਲ ਦੇ? ਫॉर ਅ ਡੀਡ, ਡੀਡ ਹੁੰਦਾ ਕੰਮ, ਕਿਹੜੇ ਕੰਮ ਦੇ? ਆਫ ਕਾਈਂਡਨੈਸ, ਕਿ ਜਦੋਂ ਤੁਸੀਂ ਦਿਆਲਤਾ ਦਿਖਾਓ, ਕਾਈਂਡਨੈਸ ਦਿਖਾਓ ਕਿਸੇ ਨੂੰ ਤੇ ਉਹਦੇ ਪੈਸੇ ਨਹੀਂ ਲੈਣੇ। ਐਂਡ ਲੈਟ ਮੀ ਬਾਏ ਅ ਬੁੱਕ ਫਰੋਮ ਯੂ, ਅਤੇ ਹਾਂ ਮੈਨੂੰ ਇੱਕ ਤੇਰੇ ਕੋਲੋਂ ਕਿਤਾਬ ਵੀ ਖਰੀਦਣ ਦੇ। ਹਾਊ ਮਚ ਡਜ਼ ਦ ਬੁੱਕ ਕੋਸਟ, ਕਿਤਾਬ ਕਿੰਨੇ ਦੀ ਹੈ? ਬॉय ਸਮਾਈਲਿੰਗ, ਲੜਕਾ ਮੁਸਕਰਾਉਂਦੇ ਹੋਏ ਕੀ ਕਹਿੰਦਾ, ਥੈਂਕ ਯੂ ਮੈਮ, ਆਈ ਵਿਲ ਆਲਵੇਜ਼ ਰਿਮੈਂਬਰ ਦਿਸ, ਮੈਡਮ ਜੀ ਤੁਹਾਡਾ ਧੰਨਵਾਦ, ਮੈਂ ਹਮੇਸ਼ਾ ਤੁਹਾਨੂੰ ਯਾਦ ਰੱਖਾਂਗਾ। The book is for 4 pounds and 70 pence, ਇਹ ਜਿਹੜੀ ਕਿਤਾਬ ਹੈ ਇਹ 4 ਪੌਂਡ ਅਤੇ 70 ਪੈਂਸ ਦੀ ਹੈ। ਪੈਂਸ ਹੁੰਦੇ ਪੈਨੀਆਂ ਯਾਨੀ ਪੈਸੇ। The lady takes the book and hands over 5 pounds to the boy,
ਲੇਡੀ ਕਿਤਾਬ ਲੈ ਲੈਂਦੀ ਹੈ ਅਤੇ ਬੱਚੇ ਨੂੰ 5 ਪਾਉਂਡ ਹੈਂਡਓਵਰ ਕਰ ਦਿੰਦੀ ਹੈ। ਹੈਂਡਓਵਰ ਕਰਦੇ ਨੇ, ਦੇ ਦੇਣੇ। ਐਂਡ ਟੈਲਸ ਹਿਮ ਟੂ ਕੀਪ ਦ ਚੇਂਜ। ਕੀਪ ਦ ਚੇਂਜ ਮਤਲਬ ਜੋ ਪੈਸੇ ਵਾਪਸ ਕਰਨੇ ਸੀ ਤੂੰ ਮੈਨੂੰ, ਉਹ ਤੂੰ ਆਪਣੇ ਕੋਲ ਰੱਖ। ਦ ਬॉय ਸਮਾਈਲਸ। ਲੜਕਾ ਮੁਸਕਰਾਉਂਦਾ ਹੈ। ਐਂਡ ਲੀਵਸ ਦ ਹਾਊਸ। ਅਤੇ ਉਹ ਘਰ ਤੋਂ ਚਲਾ ਜਾਂਦਾ ਹੈ। ਹੀ ਇਜ਼ ਹੈਪੀ ਐਂਡ ਫੀਲਸ ਸਟਰੋਂਗਰ। ਉਹ ਖੁਸ਼ ਹੈ ਅਤੇ ਤਾਕਤਵਰ ਮਹਿਸੂਸ ਕਰਦਾ ਹੈ। ਹੁਣ ਸੀਨ ਸੈਕਿੰਡ, ਮੈਨੀ ਈਅਰਸ ਲੇਟਰ। ਬਹੁਤ ਸਾਲਾਂ ਬਾਅਦ। ਠੀਕ, ਸੈਕਿੰਡ ਸੀਨ ਕਦੋਂ ਸ਼ੁਰੂ ਹੋ ਰਿਹਾ? ਮੈਨੀ ਈਅਰਸ ਲੇਟਰ। ਹੁਣ ਦੂਜਾ ਸੀਨ ਹੋ ਰਿਹਾ ਬਹੁਤ ਸਾਲਾਂ ਬਾਅਦ ਦਾ। ਟਾਈਮ ਕੀ ਹੈ? ਮਾਰਨਿੰਗ। ਲੋਕੇਸ਼ਨ, ਲੋਕੇਸ਼ਨ ਹੁੰਦੀ ਜਗ੍ਹਾ। ਕਿਹੜੀ ਜਗ੍ਹਾ? ਅ ਬਿਗ ਸਿਟੀ ਹਸਪੀਟਲ। ਕਿ ਸ਼ਹਿਰ ਦਾ ਇੱਕ ਬਹੁਤ ਵੱਡਾ ਹਸਪਤਾਲ। ਇਹਦੇ ਕਰੈਕਟਰਸ ਕੌਣ ਨੇ, ਯਾਨੀ ਇਹਦੇ 'ਚ ਪਾਰਟਿਸਿਪੇਟ ਕਿਹੜੇ ਐਕਟਰ ਕਰ ਰਹੇ ਨੇ, ਪਾਤਰ ਕੌਣ ਨੇ? ਇੱਕ ਤਾਂ ਹੈ ਡਾਕਟਰ ਪੀਟਰ ਬਰਾਊਨ, ਦੂਸਰਾ ਡਾਕਟਰ ਹਾਵਰਡ ਕੈਲੇ। ਵਾਓ, ਫਿਰ ਤਾਂ ਤੁਹਾਨੂੰ ਯਾਦ ਹੋਏਗਾ ਕਿ ਸੀਨ 1 'ਚ ਜਿਹੜਾ ਲੜਕਾ ਹਾਵਰਡ ਕੈਲੇ ਸੀ ਉਹ ਹੁਣ ਕੀ ਬਣ ਗਿਆ? ਡਾਕਟਰ ਹਾਵਰਡ ਕੈਲੇ। Dr. Brown and Dr. Kelly are discussing a case. Discussing ਮਤਲਬ ਵਿਚਾਰ ਵਟਾਂਦਰਾ ਕਰ ਰਹੇ ਹਨ, ਇੱਕ ਕੇਸ ਨੂੰ ਵਿਚਾਰ ਰਹੇ ਹਨ। Dr. Kelly, is it a difficult case, Dr. Brown? ਹੁਣ ਡਾਕਟਰ ਕੈਲੇ ਕਹਿੰਦੇ ਨੇ ਕਿ ਡਾਕਟਰ ਬਰਾਊਨ ਕੀ ਇਹ ਜ਼ਿਆਦਾ ਔਖਾ ਕੇਸ ਹੈ ਵੀ ਤਾਂ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਹੋ ਇਹਦੇ ਬਾਰੇ? ਡਾਕਟਰ ਬਰਾਊਨ, ਯੈਸ ਇਟ ਇਜ਼ ਕੰਪਲਿਕੇਟਡ। ਹਾਂ, ਇਹ ਬੜਾ ਗੁੰਝਲਦਾਰ ਜਿਹਾ ਕੇਸ ਹੈ। ਵੀ ਹੈਵ ਨੋਟ ਯੈਟ ਬੀਨ ਏਬਲ ਟੂ ਡਾਇਗਨੋਸ ਦ ਪ੍ਰੋਬਲਮ। ਅਸੀਂ ਅਜੇ ਤੱਕ ਕਾਮਯਾਬ ਨਹੀਂ ਹੋਏ ਇਹ ਲੱਭਣ 'ਚ ਕਿ ਪ੍ਰੋਬਲਮ ਹੈ ਕੀ। ਓਕੇ, ਡਾਇਗਨੋਸ ਮਤਲਬ ਪ੍ਰੋਬਲਮ ਲੱਭਣ ਵਿੱਚ। ਸੋ ਏਬਲ ਯਾਨੀ ਯੋਗ, ਓਕੇ, ਯੈਟ ਯਾਨੀ ਅਜੇ। ਸੋ ਅਜੇ ਅਸੀਂ ਇਸ ਕੇਸ ਦੀ ਪ੍ਰੋਬਲਮ ਲੱਭਣ ਦੇ ਯੋਗ ਨਹੀਂ ਹੋਏ ਵੀ ਇਹ ਪ੍ਰੋਬਲਮ ਹੈ ਕੀ ਇਸ ਕੇਸ ਨੂੰ। ਕੇਸ ਯਾਨੀ ਕੋਈ ਵੀ ਪੇਸ਼ੈਂਟ। ਡਾਕਟਰ ਕੈਲੇ ਕਮਿੰਗ ਨੀਅਰ ਡਾਕਟਰ ਬਰਾਊਨ। ਹੁਣ ਡਾਕਟਰ ਕੈਲੇ ਡਾਕਟਰ ਬਰਾਊਨ ਦੇ ਨੇੜੇ ਜਾਂਦਾ ਹੋਇਆ ਕੀ ਕਹਿੰਦਾ? ਹੂ ਇਜ਼ ਦ ਵੂਮਨ ਐਂਡ ਵੇਅਰ ਇਜ਼ ਸ਼ੀ ਫਰੋਮ। ਇਹ ਔਰਤ ਕੌਣ ਹੈ ਅਤੇ ਕਿੱਥੋਂ ਦੀ ਹੈ? ਐਂਡ ਹਾਊ ਡਿਡ ਸ਼ੀ ਬਿਕਮ ਸੋ ਇਲ। ਅਤੇ ਉਹ ਇੰਨੀ ਬਿਮਾਰ ਕਿੱਦਾਂ ਹੋ ਗਈ? ਡਾਕਟਰ ਬਰਾਊਨ ਕੀ ਕਹਿੰਦੇ ਨੇ? ਡਾਕਟਰ ਬਰਾਊਨ ਫੇਸਿੰਗ ਡਾਕਟਰ ਕੈਲੇ। ਹੁਣ ਡਾਕਟਰ ਬਰਾਊਨ ਡਾਕਟਰ ਕੈਲੇ ਵੱਲ ਫੇਸ ਕਰਦੇ ਹੋਏ ਯਾਨੀ ਉਹਨਾਂ ਵੱਲ ਦੇਖਦੇ ਹੋਏ ਕੀ ਬੋਲਦੇ ਨੇ? ਸ਼ੀ ਇਜ਼ ਫਰੋਮ ਬਲੈਕਪੂਲ। ਉਹ ਬਲੈਕਪੂਲ ਤੋਂ ਹੈ। ਦ ਡਾਕਟਰਸ ਦੇਅਰ ਐਡਵਾਈਜ਼ਡ ਹਰ ਟੂ ਕਮ ਟੂ ਦਿਸ ਹਸਪੀਟਲ। ਉੱਥੋਂ ਦੇ ਡਾਕਟਰਸ ਨੇ ਇਸ ਨੂੰ ਸਲਾਹ ਦਿੱਤੀ ਹੈ ਕਿ ਇਸ ਹਸਪੀਟਲ 'ਚ ਤੂੰ ਜਾ। ਐਜ਼ ਦੇ ਕੁਡ ਨੋਟ ਅੰਡਰਸਟੈਂਡ ਹਰ ਡਿਜ਼ੀਜ਼। ਕਿਉਂਕਿ ਉੱਥੋਂ ਦੇ ਡਾਕਟਰ ਯਾਨੀ ਬਲੈਕਪੂਲ ਦੇ ਡਾਕਟਰ ਇਸ ਦੀ ਬਿਮਾਰੀ ਨੂੰ ਸਮਝ ਨਹੀਂ ਸਕੇ। ਡਿਜ਼ੀਜ਼ ਹੁੰਦਾ ਬਿਮਾਰੀ। ਇਟ ਸਟਾਰਟਡ ਵਿਦ ਫੂਡ ਪੋਇਜ਼ਨਿੰਗ ਬਟ ਗॉट ਕੰਪਲਿਕੇਟਡ। ਕਹਿੰਦੇ ਸ਼ੁਰੂ ਤਾਂ ਇਹ ਬਿਮਾਰੀ ਫੂਡ ਪੋਇਜ਼ਨਿੰਗ ਨਾਲ ਹੋਈ ਸੀ, ਯਾਨੀ ਕੁਝ ਇਹੋ ਜਿਹੀਆਂ ਚੀਜ਼ਾਂ ਖਾਣ ਨਾਲ ਜਿਹਦੇ ਨਾਲ ਅੰਦਰ ਜ਼ਹਿਰ ਬਣ ਜਾਂਦਾ, ਉਹਨੂੰ ਕਹਿੰਦੇ ਨੇ ਫੂਡ ਪੋਇਜ਼ਨਿੰਗ। ਇਹ ਬਿਮਾਰੀ ਤਾਂ ਇਹੋ ਜਿਹੇ ਫੂਡ ਪੋਇਜ਼ਨਿੰਗ ਨਾਲ ਸ਼ੁਰੂ ਹੋਈ ਸੀ ਬਟ ਗॉट ਕੰਪਲਿਕੇਟਡ, ਪਰ ਹੁਣ ਤਾਂ ਹੋਰ ਗੁੰਝਲਦਾਰ ਹੋ ਗਈ ਹੈ। ਪਰਹੈਪਸ ਮਤਲਬ ਸ਼ਾਇਦ। ਪਰਹੈਪਸ ਹਰ ਲੀਵਰ ਹੈਜ਼ ਗੋਟ ਅਫੈਕਟਡ। ਮੈਨੂੰ ਲੱਗਦਾ ਕਿ ਇਹਦਾ ਲੀਵਰ ਜਿਹੜਾ ਨਾ ਉਹ ਅਫੈਕਟਡ ਹੋ ਗਿਆ, ਯਾਨੀ ਉਹਦੇ ਤੇ ਅਸਰ ਪੈ ਗਿਆ ਹੈ। ਡਾਕਟਰ ਕੈਲੇ ਹੁਣ ਡਾਕਟਰ ਕੈਲੇ ਬੋਲਣਗੇ ਵਾਟ ਫਰੋਮ ਬਲੈਕਪੂਲ। ਕੀ ਕਿਹਾ? ਬਲੈਕਪੂਲ ਤੋਂ? ਦੈਟਸ ਵੇਅਰ ਆਈ ਕਮ ਫਰੋਮ। ਇਹ ਤਾਂ ਉਹੀ ਜਗ੍ਹਾ ਜਿੱਥੋਂ ਮੈਂ ਆਂਦਾ ਹਾਂ। ਵੇਅਰ ਇਜ਼ ਦ ਲੇਡੀ। ਉਹ ਲੇਡੀ ਕਿੱਥੇ ਹੈ ਮੈਨੂੰ ਦਿਖਾਓ। ਡਾਕਟਰ ਬਰਾਊਨ ਟੇਕਿੰਗ ਡਾਕਟਰ ਕੈਲੇ ਟੂ ਦਾ ਹਸਪੀਟਲ ਰੂਮ। ਹੁਣ ਡਾਕਟਰ ਬਰਾਊਨ ਡਾਕਟਰ ਕੈਲੇ ਨੂੰ ਹਸਪੀਟਲ ਰੂਮ 'ਚ ਲੈ ਜਾਂਦਾ। ਡਾਕਟਰ ਬਰਾਊਨ ਹੁਣ ਡਾਕਟਰ ਬਰਾਊਨ ਕਹਿੰਦਾ ਹੈ, ਕੀ ਕਹਿੰਦਾ? ਦੇਅਰ ਸ਼ੀ ਇਜ਼। ਉਹ ਉੱਥੇ ਹੈ। ਸ਼ੀ ਨੀਡਸ ਇਮੀਡੀਏਟ ਸਰਜਰੀ। ਉਸ ਨੂੰ ਫੌਰਨ ਆਪਰੇਸ਼ਨ ਦੀ ਲੋੜ ਹੈ। ਆਈ ਡੋਂਟ ਥਿੰਕ ਵੀ ਕੈਨ ਡੂ ਮਚ ਇਨ ਦਿਸ ਕੇਸ ਈਵਨ ਆਫਟਰ ਸਰਜਰੀ। ਮੈਨੂੰ ਨਹੀਂ ਲੱਗਦਾ ਕਿ ਸਰਜਰੀ ਤੋਂ ਬਾਅਦ ਵੀ ਅਸੀਂ ਕੁਝ ਇਹਦੇ 'ਚ ਜ਼ਿਆਦਾ ਕਰ ਪਾਵਾਂਗੇ। ਹੁਣ ਡਾਕਟਰ ਕੈਲੇ ਕਹਿੰਦਾ ਪੀਪਸ ਇਨਟੂ ਦਾ ਰੂਮ। ਪੀਪਸ ਹੁੰਦਾ ਝਾਕਣਾ, ਠੀਕ ਹੈ। ਜਦੋਂ ਅਸੀਂ ਖਿੜਕੀ ਦੇ ਥਰੂ ਝਾਕਦੇ ਹਾਂ ਜਾਂ ਕਿਸੇ ਵੀ ਝਰੋਖੇ ਦੇ ਥਰੂ ਝਾਕਦੇ ਹਾਂ ਤੇ ਉਹਨੂੰ ਕਹਿੰਦੇ ਨੇ ਪੀਪ ਇਨਟੂ। ਓਕੇ ਸਰ, ਇਹ ਇੱਕ ਜਗ੍ਹਾ ਹੋਰ ਵੀ ਵਰਤਿਆ ਜਾਂਦਾ, ਜਿਵੇਂ ਤੁਸੀਂ ਆਪਣੇ ਗੂਗਲ ਸਰਚ ਇੰਜਨ ਤੋਂ ਕਿੰਨੀਆਂ ਚੀਜ਼ਾਂ ਪੀਪ ਕਰਦੇ ਹੋ ਤੇ ਆਪਣੇ ਕੰਪਿਊਟਰ ਤੋਂ ਪੂਰਾ ਵਰਲਡ ਪੀਪ ਕਰਦੇ ਹੋ, ਠੀਕ ਹੈ। ਆਪਣੀਆਂ ਕਿਤਾਬਾਂ ਤੋਂ ਸਾਰਾ ਵਰਲਡ
ਪੀਪ ਕਰਦੇ ਹੋ ਯਾਨੀ ਝਾਤ ਮਾਰਦੇ ਹੋ, ਠੀਕ। ਸੋ ਇੱਥੇ ਵੀ ਡਾਕਟਰ ਕੈਲੀ ਨੇ ਕੀ ਕੀਤਾ, ਪੀਪਸ ਇਨਟੂ ਦਾ ਰੂਮ ਐਂਡ ਸੀਜ਼ ਦ ਸਲੀਪਿੰਗ ਵੂਮਨ ਸਮਾਈਲਸ। ਡਾਕਟਰ ਕੈਲੇ ਹੁਣ ਖਿੜਕੀ ਤਾਈਂ ਝਾਕਦਾ ਹੈ ਅੰਦਰ ਨੂੰ ਤੇ ਉੱਥੇ ਸੁੱਤੀ ਹੋਈ ਔਰਤ ਨੂੰ ਦੇਖਦਾ ਹੈ ਤੇ ਮੁਸਕਰਾਉਂਦਾ ਹੈ। ਵੀ ਮਸਟ ਡੂ ਆਵਰ ਬੈਸਟ, ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਐਂਡ ਆਈ'll ਡੂ ਮਾਈ ਬੈਸਟ ਟੂ ਸੇਵ ਹਰ, ਤੇ ਉਹਨੂੰ ਬਚਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਡਾਕਟਰ ਬਰਾਊਨ ਕਹਿੰਦੇ ਸ਼ੋਰ ਡਾਕਟਰ, ਵੀ ਵਿਲ ਮੇਕ ਆਲ ਪੋਸੀਬਲ ਐਫਰਟਸ ਟੂ ਸੇਵ ਹਰ, ਡੂ ਯੂ ਨੋ ਹਰ। ਡਾਕਟਰ ਬਰਾਊਨ ਕਹਿੰਦੇ ਹਾਂ ਯਕੀਨਨ ਡਾਕਟਰ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਬਚਾਉਣ ਦੀ, ਪਰ ਕੀ ਤੁਸੀਂ ਉਹਨੂੰ ਜਾਣਦੇ ਹੋ। ਡਾਕਟਰ ਕੈਲੇ ਸਮਾਈਲਸ ਅਗੇਨ, ਡਾਕਟਰ ਕੈਲੇ ਦੁਬਾਰਾ ਫਿਰ ਮੁਸਕਰਾਉਂਦਾ ਹੈ। ਓਕੇ, ਇਹ ਹੋ ਗਏ 2 ਸੀਨ ਖਤਮ। ਹੁਣ ਸੀਨ 3 ਤੇ ਆ ਜਾਓ। ਇਹਦੀ ਲੋਕੇਸ਼ਨ ਕੀ ਹੈ, ਰੂਮ ਇਨ ਦਾ ਹਸਪੀਟਲ। ਹੁਣ ਲੋਕੇਸ਼ਨ ਹੈ ਉਸੇ ਹਸਪੀਟਲ ਦਾ ਇੱਕ ਰੂਮ। ਕਰੈਕਟਰਸ ਕੌਣ ਨੇ, ਦਾ ਲੇਡੀ, ਅ ਨਰਸ, ਅ ਮੈਨ ਫਰੋਮ ਦਾ ਬਿਲਸ ਡਿਪਾਰਟਮੈਂਟ। ਓਕੇ, ਸੋ ਇਹ 'ਚ 3 ਕਰੈਕਟਰ ਨੇ। ਇੱਕ ਲੇਡੀ ਹੈ ਜਿਹੜੀ ਬੈੱਡ ਤੇ ਹੈ, ਨਰਸ, ਤੇ ਇੱਕ ਮੈਨ, ਇੱਕ ਵਿਅਕਤੀ ਹੈ ਜਿਹੜਾ ਬਿਲਸ ਡਿਪਾਰਟਮੈਂਟ ਵੱਲੋਂ, ਜਿਹੜੇ ਬਿੱਲ ਬਣਾਉਂਦੇ ਆ ਨਾ ਉਸ ਡਿਪਾਰਟਮੈਂਟ ਵੱਲੋਂ। ਬ੍ਰੈਕਟ ਵਿੱਚ ਕੀ ਲਿਖਿਆ, ਦ ਨਰਸ ਪ੍ਰੀਪੇਅਰਸ ਟੂ ਗਿਵ ਮੈਡੀਸਿਨ ਟੂ ਦ ਲੇਡੀ। ਨਰਸ ਉਸ ਲੇਡੀ ਨੂੰ ਮੈਡੀਸਨ ਦੇਣ ਲਈ ਤਿਆਰ ਹੁੰਦੀ ਹੈ। ਹੁਣ ਇੱਥੇ ਗਿਵ ਮੈਡੀਸਨ ਹੈ, ਠੀਕ ਹੈ। ਆਮ ਕਰਕੇ ਜੇ ਅਸੀਂ ਅੱਛੀ ਲੈਂਗੁਏਜ ਬੋਲਣੀ ਹੋਵੇ ਤਾਂ ਮੈਡੀਸਨ ਦੇਣ ਲਈ ਕਹਿੰਦੇ ਨੇ ਐਡਮਿਨਿਸਟਰ ਮੈਡੀਸਨ, ਠੀਕ ਹੈ। ਮੈਨ ਹੁਣ ਵਿਅਕਤੀ ਕਹਿੰਦਾ ਹੈ, ਗਿਵਿੰਗ ਸਮ ਪੇਪਰਸ ਟੂ ਦਾ ਨਰਸ। ਮੈਨ ਕੌਣ ਸੀ, ਜਿਹੜਾ ਬਿਲਿੰਗ ਡਿਪਾਰਟਮੈਂਟ ਸੀ, ਉਹ ਹੁਣ ਕੁਝ ਪੇਪਰ ਨਰਸ ਨੂੰ ਦਿੰਦਾ ਹੈ। ਇਜ਼ ਸ਼ੀ ਫੀਲਿੰਗ ਬੈਟਰ, ਨਾਲ ਉਹਦੇ ਕੋਲ ਕੀ ਪੁੱਛਦਾ ਕਿ ਉਹ ਹੁਣ ਵਧੀਆ ਮਹਿਸੂਸ ਕਰ ਰਹੀ ਹੈ। ਸ਼ੀ ਇਜ਼ ਲੱਕੀ ਦੈਟ ਡਾਕਟਰ ਹਾਵਰਡ ਕੈਲੇ ਹੈਂਡਲਡ ਹਰ ਕੇਸ, ਉਹ ਬੜੀ ਕਿਸਮਤ ਵਾਲੀ ਹੈ ਕਿ ਡਾਕਟਰ ਹਾਵਰਡ ਕੈਲੇ ਨੇ ਉਹਦਾ ਕੇਸ ਆਪਣੇ ਹੱਥ ਵਿੱਚ ਲਿਆ ਹੈ। This is her bill, ਇਹ ਉਸ ਦਾ ਬਿੱਲ ਹੈ। She needs to pay within 2 days, ਉਸ ਨੂੰ ਇਸ ਦੀ ਅਦਾਇਗੀ 2 ਦਿਨ ਵਿੱਚ ਕਰਨੀ ਪਏਗੀ। Show her the bill, ਉਸ ਨੂੰ ਬਿੱਲ ਦਿਖਾਓ। ਨਰਸ, ਹੁਣ ਨਰਸ ਕੀ ਕਹਿੰਦੀ ਹੈ, taking the bill from the man, ਉਸ ਵਿਅਕਤੀ ਤੋਂ ਬਿੱਲ ਲੈਂਦੀ ਹੋਈ। You are right, ਤੂੰ ਠੀਕ ਕਹਿੰਦਾ ਹੈ। She is lucky, ਉਹ ਬਹੁਤ ਕਿਸਮਤ ਵਾਲੀ ਹੈ। And yes, she is much better and healthier, ਹਾਂ ਉਹ ਅੱਗੇ ਨਾਲੋਂ ਵਧੀਆ ਅਤੇ ਤੰਦਰੁਸਤ ਹੈ। Nurse gives medicine to the lady, ਨਰਸ ਉਸ ਲੇਡੀ ਨੂੰ ਮੈਡੀਸਨ ਦਿੰਦੀ ਹੈ। Nurse handing over the bill to the lady, ਹੁਣ ਨਰਸ ਉਸ ਲੇਡੀ ਨੂੰ ਬਿੱਲ ਦਿੰਦੇ ਹੋਏ ਕਹਿੰਦੀ ਹੈ, here is your medicine and this is your bill, ਤੇ ਇਹ ਹੈ ਤੁਹਾਡਾ ਬਿੱਲ। As per the hospital rules, hospital ਦੇ ਕਾਨੂੰਨ ਮੁਤਾਬਕ you need to pay the bill in 2 days, ਤੈਨੂੰ ਇਹ 2 ਦਿਨਾਂ ਦੇ ਅੰਦਰ ਦੇਣਾ ਪਵੇਗਾ। Lady looking worried, ਉਹ ਹੁਣ ਲੇਡੀ ਜਿਹੜੀ ਹੈ ਚਿੰਤਿਤ ਦਿਖਦੀ ਹੈ। ਕੀ ਕਹਿੰਦੀ ਹੈ, this hospital seems to be very expensive, ਇਹ ਹਸਪੀਟਲ ਬਹੁਤ ਮਹਿੰਗਾ ਲੱਗਦਾ ਮੈਨੂੰ। ਨਰਸ, ਯੈਸ ਮੈਡਮ, ਇਟ ਇਜ਼ ਅ ਮੋਸਟ ਐਕਸਪੈਂਸਿਵ ਹਸਪੀਟਲ ਇਨ ਲੰਡਨ, ਹਾਂ ਮੈਡਮ ਇਹ ਲੰਡਨ ਦਾ ਸਭ ਤੋਂ ਜ਼ਿਆਦਾ ਮਹਿੰਗਾ ਹਸਪੀਟਲ ਹੈ। ਲੇਡੀ ਲੁਕਸ ਐਟ ਦਾ ਬਿੱਲ, ਲੇਡੀ ਬਿੱਲ ਵੱਲ ਦੇਖਦੀ ਹੈ। ਇਟ ਵਿਲ ਮੇਕ ਮੀ ਅ ਲਾਈਫ ਟਾਈਮ ਟੂ ਪੇ ਦਾ ਬਿੱਲ, ਇਹ ਤਾਂ ਮੇਰੀ ਪੂਰੀ ਜ਼ਿੰਦਗੀ ਲੱਗ ਜਾਏਗੀ ਇੰਨਾ ਬਿੱਲ ਪੇ ਕਰਨ ਲੱਗਿਆ। ਹੁਣ ਲੇਡੀ ਅੱਗੇ ਕੀ ਕਹਿੰਦੀ ਹੈ, ਕਹਿੰਦੀ ਇਟ ਇਜ਼ ਸਾਈਨਡ ਬਾਈ ਡਾਕਟਰ ਹਾਵਰਡ ਕੈਲੇ, ਦੇਅਰ ਇਜ਼ ਸਮਥਿੰਗ ਰਿਟਨ ਔਨ ਇਟ, ਕਹਿੰਦੀ ਉੱਥੇ ਡਾਕਟਰ ਕੈਲੇ ਦੇ ਸਾਈਨ ਵੀ ਹੋਏ ਹੋਏ ਨੇ, ਕੁਝ ਉੱਪਰ ਲਿਖਿਆ ਵੀ ਹੋਇਆ। ਨਰਸ ਕੀ ਕਹਿੰਦੀ ਹੈ, ਯੈਸ ਹੀ ਇਜ਼ ਵੈਰੀ ਕਾਈਂਡ, ਉਹ ਬਹੁਤ ਦਿਆਲੂ ਹੈ। ਹੀ ਟੁਕ ਸਪੈਸ਼ਲ ਕੇਅਰ ਆਫ ਯੂ, ਉਹਨਾਂ ਨੇ ਤੁਹਾਡੀ ਬਹੁਤ ਖਾਸ ਕੇਅਰ ਕੀਤੀ ਹੈ। ਹੀ ਇਜ਼ ਫਰੋਮ ਯੂਅਰ ਸਿਟੀ, ਉਹ ਤੁਹਾਡੇ ਸ਼ਹਿਰ ਤੋਂ ਹੈ। ਲੇਡੀ ਲੁਕਿੰਗ ਇੰਟਰਸਟਡ, ਹੁਣ ਲੇਡੀ ਇੰਟਰਸਟਡ ਦਿਖਦੀ ਹੈ, ਯਾਨੀ ਰੁਚੀ ਲੈਂਦੀ ਹੈ ਉਹਦੀਆਂ ਗੱਲਾਂ ਵੱਲ। ਰੀਅਲੀ ਇਜ਼ ਹੀ ਫਰੋਮ ਬਲੈਕਪੂਲ, ਕਿ ਉਹ ਬਲੈਕਪੂਲ ਤੋਂ ਹੈ। ਨਰਸ ਟੇਕਸ ਦਾ ਬਿੱਲ ਐਂਡ ਲੁਕਸ ਐਟ ਇਟ ਸਮਾਈਲਸ, ਨਰਸ ਬਿੱਲ ਦੇਖਦੀ ਹੈ ਅਤੇ ਬਿੱਲ ਵੱਲ ਦੇਖਦੇ ਹੋਏ ਮੁਸਕਰਾਉਂਦੀ ਹੈ। ਓ ਸ਼ੋਰ ਸਮਥਿੰਗ ਇਜ਼ ਰਿਟਨ ਔਨ ਇਟ, ਹਾਂ ਜ਼ਰੂਰ, ਪਰ ਕੁਝ ਬਿੱਲ ਦੇ ਉੱਤੇ ਲਿਖਿਆ ਹੋਇਆ। ਕੀ ਲਿਖਿਆ ਹੋਇਆ, paid in full years ago with a glass of milk, ਬਿੱਲ ਪੂਰਾ ਪੇ ਕਰ ਦਿੱਤਾ ਗਿਆ ਹੈ ਕਈ ਸਾਲ ਪਹਿਲਾਂ ਇੱਕ ਦੁੱਧ ਦੇ ਗਲਾਸ ਨਾਲ। ਵਾਓ, ਡਾਕਟਰ ਹਾਵਰਡ ਕੈਲੇ। ਲੇਡੀ ਕਹਿੰਦੀ ਹੈ, ਗੋਡ ਬਲੈਸ ਹਾਵਰਡ,
I am very happy. ਲੇਡੀ ਕਹਿੰਦੀ ਹੈ ਰੱਬ ਤੇਰੇ ਤੇ ਮਿਹਰ ਕਰੇ ਹੋਵਰਡ, ਮੈਂ ਬਹੁਤ ਖੁਸ਼ ਹਾਂ। My faith in God and goodness of people has become stronger today. ਮੇਰਾ ਵਿਸ਼ਵਾਸ ਰੱਬ ਤੇ ਅਤੇ ਲੋਕਾਂ ਦੀ ਅੱਛਾਈ ਤੇ ਹੁਣ ਹੋਰ ਪੱਕਾ ਹੋ ਗਿਆ ਹੈ। ਓਕੇ ਜੀ, ਨਾਓ ਸਟਾਰਟ ਵੋਕੈਬਲਰੀ ਐਕਸਪੈਂਸ਼ਨ। ਆਪਾਂ ਹੁਣ ਵੋਕੈਬਲਰੀ ਵਿੱਚ ਵਾਧਾ ਕਰਦੇ ਹਾਂ, ਐਕਸਪੈਂਡ ਕਰਦੇ ਹਾਂ ਵੋਕੈਬਲਰੀ ਆਪਣੀ। ਓਕੇ, ਐਕਟੀਵਿਟੀ ਸੈਕੰਡ ਕੀ ਹੈ? ਫਾਈਂਡ ਸਫਿਕਸਿਸ ਇਨ ਦ ਫੋਲੋਇੰਗ ਵਰਡਸ। ਹੇਠਾਂ ਦਿੱਤੇ ਹੋਏ ਸ਼ਬਦਾਂ ਵਿੱਚ ਸਫਿਕਸ ਲੱਭਣੇ ਆ। ਸਫਿਕਸ ਕੀ ਹੁੰਦੇ ਨੇ? ਪਿਛੇਤਰ। ਓਕੇ, ਸੋ complicated, ਸੋ ਇੱਥੇ ਪਿਛੇਤਰ ਕੀ ਹੈ? ਅਡ, ed। hesitatingly, ਲੀ ਕੀ ਹੈ? ਸਫਿਕਸ। warmly, okay, suffix ly। stronger, er, ਇਹ ਕੀ ਹੈ? suffix। goodness, ess, suffix। activity third, let us recapitulate। recapitulate ਹੁੰਦਾ recap ਕਰਨਾ, ਦੁਬਾਰਾ ਦੁਹਰਾਈ ਕਰਨਾ। okay, let us recapitulate the prepositions besides ਤੇ beside, between and among। ਹੁਣ ਆਪਾਂ ਇਹ ਚਾਰ prepositions ਆ, ਇਹਨਾਂ ਨੂੰ ਆਪਾਂ ਅੱਗੇ ਆਉਣ ਵਾਲੀ ਐਕਟੀਵਿਟੀ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਓਕੇ, besides means in addition to। besides ਦਾ ਕੀ ਮਤਲਬ ਹੁੰਦਾ? ਇਸ ਤੋਂ ਇਲਾਵਾ, ਇਸਕੇ ਅਤਿਰਿਕਤ। ਦੂਸਰਾ ਕੀ ਹੈ? beside means by the side of, ਯਾਨੀ ਕਿਸੇ ਦੇ ਨਾਲ ਬੈਠੇ ਹੋਣਾ, ਨੇੜੇ। ਸੋ ਫਸਟ ਹੈ what other sport do you play? besides hockey। ਹੋਰ ਕਹਿੰਦੇ ਤੂੰ ਕਿਹੜੀ ਖੇਡ ਖੇਡਦਾ ਹੈ ਹਾਕੀ ਤੋਂ ਇਲਾਵਾ। ਸੈਕਿੰਡ, she sat beside her sick son all night। ਉਹ ਆਪਣੇ ਬਿਮਾਰ ਪੁੱਤਰ ਦੇ ਨੇੜੇ ਯਾਨੀ ਨਾਲ ਸਾਰੀ ਰਾਤ ਬੈਠੀ ਰਹੀ। Next ਕੀ ਹੈ? between is used for two people or things, among is used for more than two people or things। ਹੁਣ ਦੋਨਾਂ ਦਾ ਮਤਲਬ ਸੇਮ ਹੈ। between ਦਾ ਮਤਲਬ ਵੀ ਵਿਚਕਾਰ, among ਦਾ ਮਤਲਬ ਵੀ ਵਿਚਕਾਰ, ਪਰ between ਜਦੋਂ ਦੋ ਵਿਅਕਤੀ ਹੋਣ ਉਹਨਾਂ ਦੇ ਵਿਚਕਾਰ, among ਜਦੋਂ ਦੋ ਤੋਂ ਜ਼ਿਆਦਾ ਵਿਅਕਤੀ ਹੋਣ ਉਹਨਾਂ ਦੇ ਵਿਚਕਾਰ। ਓਕੇ, ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਫਸਟ ਹੈ there is no love between the two brothers। ਓਕੇ, ਦੋਨਾਂ ਬ੍ਰਦਰਸ ਦੇ ਵਿਚਕਾਰ ਹੁਣ ਕੋਈ ਪਿਆਰ ਨਹੀਂ ਹੈ। ਸੈਕਿੰਡ, ਡਿਸਟ੍ਰੀਬਿਊਟ ਸਵੀਟਸ, ਟੌਫੀਆਂ ਵੰਡ ਦਿਓ। ਕਿੱਧਰ? among all the children, ਸਾਰੇ children ਦੇ among ਯਾਨੀ ਵਿਚਕਾਰ। next, fill in the blanks choosing from the words given in the box। ਹੁਣ ਆਪਾਂ blanks fill ਕਰਦੇ ਹਾਂ। ਚਾਰ ਜਿਹੜੀਆਂ ਹੁਣੇ ਆਪਾਂ ਪੜ੍ਹੀਆਂ ਨੇ preposition, ਇਹਨਾਂ ਨੂੰ ਆਪਣੇ ਦਿਮਾਗ ਨਾਲ ਅਸੀਂ ਇਹਦੇ ਵਿੱਚ ਭਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਫਸਟ ਹੈ the two brothers distributed the sweets। ਹੁਣ ਦੋ brothers ਹੈ, ਠੀਕ ਹੈ, ਦੋ brothers ਨੇ distribute ਕਰ ਲਈ sweets ਯਾਨੀ ਟੌਫੀਆਂ ਵੰਡ ਲੀਆਂ ਆਪਸ ਵਿੱਚ। ਠੀਕ ਹੈ, ਕੀ ਆਊਗਾ? between themselves। ਰਾਧਾ ਆਈ and sat beside her mother, ਆਪਣੀ ਮਦਰ ਦੇ ਨਾਲ ਬੈਠ ਗਈ। the fourth is quarreled among themselves। I have 3 other pens besides this। ਮੇਰੇ ਕੋਲ ਇਸ ਤੋਂ ਇਲਾਵਾ 3 ਹੋਰ ਪੈਨ ਹਨ। fifth, besides advising them he gave them money also। ਯਾਨੀ ਉਹਨੂੰ ਸਲਾਹ ਦੇਣ ਤੋਂ ਇਲਾਵਾ ਉਹਨੇ ਪੈਸੇ ਵੀ ਦਿੱਤੇ। Sixth, a beggar was sitting beside the temple gate। temple ਯਾਨੀ ਮੰਦਰ ਦੇ ਦਰਵਾਜ਼ੇ ਦੇ ਕੋਲ ਭਿਖਾਰੀ ਬੈਠਾ ਸੀ। Next, learning to read and comprehend। ਆਓ ਇਸ ਨੂੰ ਪੜ੍ਹਨਾ ਸਿੱਖੀਏ ਅਤੇ ਇਸ ਨੂੰ ਸਮਝਣਾ ਵੀ ਸਿੱਖੀਏ। Activity 4, read the play carefully and write the answers। ਹੁਣ ਕਿੱਦਾਂ ਪਤਾ ਚੱਲੇਗਾ ਕਿ ਤੁਹਾਨੂੰ ਸਾਰੇ ਪਾਠ ਦੀ ਸਮਝ ਆ ਗਈ? ਜੇ ਅਗਲੇ questions ਤੁਸੀਂ ਆਨਸਰ ਕਰੋਗੇ। So first ਹੈ count and write the number of characters in scene 1 of the play। ਕਹਿੰਦੇ ਗਿਣੋ ਵੀ scene 1 ਦੇ ਵਿੱਚ number of characters ਕਿੰਨੇ ਸੀ? ਕਿੰਨੇ character ਸੀ? yes, 2 characters। ਅਤੇ ਲਿਖ ਦਿਓ 2 characters। second question, what are their names? ਨਾਮ ਕੀ ਸੀ ਉਹਨਾਂ ਦੇ? ਸੋ ਪਹਿਲਾ ਕਰੈਕਟਰ ਕੌਣ ਸੀ? ਬॉय। ਸੋ ਬॉय ਦਾ ਕੀ ਨਾਮ ਸੀ? ਹਾਵਰਡ ਕੈਲੇ, ਕੋਮਾ। ਲੇਡੀ ਦਾ ਕੀ ਨਾਮ ਸੀ? ਅਨੀਤਾ। ਵੈਰੀ ਗੁੱਡ। ਥਰਡ, what is the time?
टाइम केड़ा सी आफ्टरनून टाइम। फोर्थ what does the boy say to himself? ਹੁਣ ਲੜਕਾ ਆਪਣੇ ਆਪ ਨੂੰ ਕਿੰਨੀਆਂ ਗੱਲਾਂ ਕਹਿੰਦਾ ਹੈ। ਓਕੇ I must sell 2 more books. How will I give my school fee if I don't sell these books? But it is a hot afternoon. I'm so hungry and thirsty. I think I must ask for some water from the next house. पर ਜਿਹੜੀ ज़्यादा relevant जवाब होएगा ये यही होएगा कि the boy says to himself, comma inverted commas begin, how will I give my school fee if I don't sell these books? ये most relevant जवाब है, यानी सब तो ठीक प्रतीत होंदा जवाब है। Fifth, why does he sell books? He sells books because he wants to pay his school fees. Sixth, why does he ring the bell? He rings the bell to ask for water. Who opens the door? Madam Anita opens the door. What does he request the lady for? He requests the lady for water. What does the lady give him? The lady gives him a glass of milk. How much money does the lady give the boy for the book? The lady gives £5 to the boy for the book. Scene second. Question first. Count and write the number of characters in scene 2 of the play. ਨਾਟਕ ਦੇ ਦੂਜੇ ਸੀਨ ਦੇ ਅਲੱਗ-ਅਲੱਗ ਪਾਤਰਾਂ ਨੂੰ ਗਿਣੋ ਅਤੇ ਲਿਖੋ ਕਿੰਨੇ ਸਨ। 2 characters। ਠੀਕ। What is the profession of the characters of this scene? ਜਿਹੜੇ characters ਸੀ ਉਹਨਾਂ ਦਾ profession ਕੀ ਸੀ? डॉक्टर। ठीक है, उन्होंने प्रोफेशन सी डॉक्टर। Why had the lady come to the hospital? वो लेडी हॉस्पिटल क्यों आई सी? आंसर, the doctors of Blackpool advised her to go to the hospital. Fourth, how did the lady get ill? वो लेडी बीमार क्यों होगी? The lady got ill। ਹੁਣ got ਕਿਉਂ ਲੱਗਾ? ਕਿਉਂਕਿ ਕੁਐਸਚਨ ਵਿੱਚ did ਲੱਗਿਆ ਸੀ, ਇਸ ਕਰਕੇ ਆਨਸਰ ਵਿੱਚ verb ਦੀ ਸੈਕੰਡ ਫਾਰਮ ਲੱਗੇਗੀ। The lady got ill due to food poisoning। Fifth, what kind of treatment did she need? ਉਸਨੂੰ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਲੋੜ ਸੀ? She needed immediate surgery। Scene third. How much time did the patients get to pay the bill as per the rules? ਹਸਪੀਟਲ ਦੇ ਰੂਲਸ ਦੇ ਹਿਸਾਬ ਨਾਲ ਇੱਕ ਪੇਸ਼ੈਂਟ ਨੂੰ ਕਿੰਨੇ ਦਿਨ ਮਿਲਦੇ ਸੀ ਬਿੱਲ ਪੇ ਕਰਨ ਲਈ? ਯੈਸ 2 days। ਜੇ ਪੂਰਾ ਜਵਾਬ ਲਿਖਣਾ ਤਾਂ ਤੁਸੀਂ ਲਿਖੋਗੇ the patients got 2 days to pay the bill as per the rules। Second, why did the lady get worried? The lady got worried to see the huge hospital bill। Third, why did the lady have tears in her eyes? The lady had tears in her eyes। So ਤੁਸੀਂ ਇੱਥੇ ਚਾਹੋ ਤਾਂ ਸਟੇਟਮੈਂਟ ਵੀ ਨਾਲ ਜੋੜ ਸਕਦੇ ਹੋ, ਪਰ ਆਪਣੇ ਕੋਲ ਇੱਕ ਲਾਈਨ ਦੀ ਜਗ੍ਹਾ ਇਸ ਕਰਕੇ ਛੋਟਾ ਜਵਾਬ ਤਾਂ ਇਹੀ ਬਣੇਗਾ when she read the note of Dr. Howard। So read R-E-A-D ਲਿਖਣਾ ਰੀਡ ਹੈ, ਪੜ੍ਹਨਾ ਰੈਡ ਹੈ, ਸੈਕਿੰਡ ਫਾਰਮ। ਓਕੇ, ਜਦੋਂ ਉਸਨੇ ਡਾਕਟਰ ਹਾਵਰਡ ਦਾ ਉਹ ਨੋਟ ਪੜਿਆ, ਉਹ ਨੋਟ ਕਿਹੜਾ ਸੀ? ਪੇਡ ਇਨ ਫੁੱਲ years ago with a glass of milk। ਇਹ ਪੂਰਾ ਬਿੱਲ ਪੇ ਕਰ ਦਿੱਤਾ ਗਿਆ years ago ਕਈ ਸਾਲ ਪਹਿਲਾਂ with a glass of milk ਇੱਕ ਗਲਾਸ ਆਫ ਮਿਲਕ ਦੇ ਨਾਲ। ਸੋ ਇਹ ਸੁਣ ਕੇ ਉਹਦੀ ਅੱਖਾਂ 'ਚ ਆਂਸੂ ਆ ਗਏ ਸੀ। Fourth, why did she not have to pay the bill? ਉਸਨੂੰ ਬਿੱਲ ਕਿਉਂ ਨਹੀਂ ਦੇਣਾ ਪਿਆ? Because that bill was paid by someone else। Who had paid the bill? Why? ਕੌਣ ਬਿੱਲ ਪੇ ਕਰ ਚੁੱਕਾ ਸੀ ਤੇ ਕਿਉਂ? Dr. Howard Kelly had paid the bill to repay the kindness of that lady। ਹੁਣ ਡਾਕਟਰ ਕੈਲੇ ਨੇ ਬਿੱਲ ਕਿਉਂ ਪੇ ਕੀਤਾ? ਤਾਂ ਕਿ ਉਸ ਲੇਡੀ ਨੇ ਜਿਹੜੀ ਕਾਈਂਡਨੈਸ ਦਿਖਾਈ ਸੀ, ਦਿਆਲਤਾ ਦਿਖਾਈ ਸੀ ਉਦੋਂ,
ਇੱਕ ਦੁੱਧ ਦਾ ਗਲਾਸ ਪਿਲਾ ਕੇ ਉਹੀ ਚੀਜ਼ ਉਹ ਰੀਪੇ ਕਰਨਾ ਚਾਹੁੰਦਾ ਸੀ, ਯਾਨੀ ਉਸ ਕਾਈਂਡਨੈਸ ਨੂੰ ਉਹ ਦੁਬਾਰਾ ਵਾਪਸ ਉਹਨੂੰ ਦੇਣਾ ਚਾਹੁੰਦਾ ਸੀ। ਜਿਸ ਤਰ੍ਹਾਂ ਉਸ ਲੇਡੀ ਨੇ ਉਸ ਦਿਨ ਉਹਨੂੰ ਕਾਈਂਡਨੈਸ ਦਿਖਾਈ ਸੀ, ਅੱਜ ਡਾਕਟਰ ਕੈਲੇ ਨੇ ਉਸ ਲੇਡੀ ਨੂੰ ਕਾਈਂਡਨੈਸ ਦਿਖਾਈ, ਉਹਦਾ ਬਿੱਲ ਜਿਹੜਾ ਆਪ ਦੇ ਦਿੱਤਾ। 6th, why was the lady happy in the end? ਉਹ ਲੇਡੀ ਆਖਿਰ ਵਿੱਚ ਖੁਸ਼ ਕਿਉਂ ਸੀ? Because her faith in God and goodness of people had become stronger that day. Okay, next, learning language, degree of adjectives. ਆਪਾਂ ਹੁਣ ਵਿਸ਼ੇਸ਼ਣ ਦੀਆਂ ਡਿਗਰੀਆਂ ਕਰਦੇ ਹਾਂ, ਠੀਕ? So degrees of adjective ਕੀ ਹੁੰਦਾ? ਵਿਸ਼ੇਸ਼ਣ ਦੀ ਦਰਜਾਬੰਦੀ, ਯਾਨੀ ਕੋਈ ਕਿੰਨਾ ਚੰਗਾ, ਕੋਈ ਕਿੰਨਾ ਮਾੜਾ, ਕੋਈ ਕਿਸ ਤੋਂ ਕਿੰਨਾ ਚੰਗਾ, ਕੋਈ ਕਿਸ ਤੋਂ ਕਿੰਨਾ ਮਾੜਾ, ਠੀਕ? ਸੋ ਜੋ ਉਹ ਸ਼ਬਦ ਦੱਸਣ ਉਹਨੂੰ ਆਪਾਂ ਕਹਿੰਦੇ ਆ ਡਿਗਰੀਜ਼ ਆਫ ਐਡਜੈਕਟਿਵ। ਮੈਂ ਚੰਗਾ ਹਾਂ, ਓਕੇ, ਇਹਦੀ ਡਿਗਰੀ ਕੀ ਬਣੇਗੀ? ਮੈਂ ਉਸ ਤੋਂ ਚੰਗਾ ਹਾਂ। ਤੇ ਤੀਜੀ ਡਿਗਰੀ ਕੀ ਬਣੇਗੀ? ਮੈਂ ਸਭ ਤੋਂ ਚੰਗਾ ਹਾਂ, ਠੀਕ? ਸੋ ਇਹ 3 ਡਿਗਰੀਜ਼ ਹੁੰਦੀਆਂ। ਸੋ ਆਪਾਂ ਇੱਥੇ ਦੇਖਾਂਗੇ ਕਿ ਸਾਨੂੰ ਕਿਹੜੀਆਂ ਐਗਜ਼ਾਮਪਲਸ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸਿੱਧਾ ਐਗਜ਼ਾਮਪਲਸ ਤੇ ਆ ਜਾਓ। ਸੋ ਪਹਿਲਾ ਕਰਨਾ ਕੀ ਹੈ? ਪੋਜ਼ਿਟਿਵ, ਯਾਨੀ ਸਿੰਪਲ ਐਡਜੈਕਟਿਵ। ਮੈਂ ਚੰਗਾ ਹਾਂ, ਮੈਂ ਤੇਜ਼ ਹਾਂ, ਮੈਂ ਬਹਾਦਰ ਹਾਂ, ਠੀਕ ਹੈ। ਅਗਲੇ ਤੇ ਕੀ ਹੈ? ਕੰਪੈਰੀਟਿਵ, ਯਾਨੀ ਜਦੋਂ ਤੁਲਨਾ ਕਰਨੀ ਹੋਵੇ, ਕਿਸ ਤੋਂ ਬਹਾਦਰ ਹੈ, ਕਿਸ ਤੋਂ ਚੰਗਾ ਹੈ, ਠੀਕ। ਥਰਡ ਸੁਪਰਲੇਟਿਵ, ਯਾਨੀ ਸਭ ਤੋਂ, ਓਕੇ। ਸੋ ਇਹ ਆਪਾਂ ਪੜਾਂਗੇ। ਕੁਇਕ, ਕੁਇਕਰ, ਕੁਇਕੈਸਟ। ਫਾਈਨ, ਫਾਈਨਰ, ਫਾਈਨੈਸਟ। ਨਾਈਸ, ਨਾਈਸਰ, ਨਾਈਸੈਸਟ। ਬੋਲਡ, ਬੋਲਡਰ, ਬੋਲਡੈਸਟ। clever, clever, cleverest. Deep, deeper, deepest. Dirty, dirtier, dirtiest. Heavy, heavier, heaviest. Happy, happier, happiest. Some adjectives with more than one syllable form the comparative by using the adverb more and superlative by using the adverb most. ਕਹਿੰਦੇ ਕੁਝ ਇਹੋ ਜਿਹੇ ਵੀ ਐਡਜੈਕਟਿਵ ਹਨ ਜਿਨ੍ਹਾਂ ਦੀ ਅਸੀਂ ਕੰਪੈਰੀਟਿਵ ਡਿਗਰੀ ਬਣਾਉਣੀ ਹੋਵੇ, ਯਾਨੀ ਸੈਕਿੰਡ ਡਿਗਰੀ ਬਣਾਉਣੀ ਹੋਵੇ, ਉਹਨਾਂ ਨਾਲ ਮੋਰ ਲਾ ਦੀਦਾ। ਤੇ ਜੇ ਉਹਨਾਂ ਦੀ ਥਰਡ ਡਿਗਰੀ ਬਣਾਉਣੀ ਹੋਵੇ ਸੁਪਰਲੇਟਿਵ, ਤੇ ਉਹਨਾਂ ਨਾਲ ਕੀ ਲਾਈਦਾ? ਮੋਸਟ। ਆਓ ਦੇਖੀਏ ਕਿਹੜੇ ਨੇ। ਬਿਊਟੀਫੁਲ, ਮੋਰ ਬਿਊਟੀਫੁਲ, ਮੋਸਟ ਬਿਊਟੀਫੁਲ। ਕ੍ਰੇਜੀਅਸ, ਕ੍ਰੇਜੀਅਸ ਹੁੰਦਾ ਹੌਸਲੇ ਵਾਲਾ। ਮੋਰ ਕ੍ਰੇਜੀਅਸ, ਮੋਸਟ ਕ੍ਰੇਜੀਅਸ। Difficult, more difficult, most difficult. Satisfactory, more satisfactory, most satisfactory. Useful, more useful, most useful. ਤੀਜੀ ਐਗਜ਼ਾਮਪਲ 'ਚ ਦੇਖਦੇ ਹਾਂ ਉਹ ਡਿਗਰੀਜ਼ ਆਫ ਐਡਜੈਕਟਿਵ ਜਿਹੜੀਆਂ ਕਿ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਕਿਸ ਤਰ੍ਹਾਂ? ਗੁੱਡ, ਬੈਟਰ, ਬੈਸਟ। ਬੈਡ, ਵਰਸ, ਵਰਸਟ। ਲਿਟਲ, ਲੈਸ, ਲੀਸਟ। far, farther, farthest. Many, more, most. Activity 5. Now complete the following sentences by choosing the correct comparative form of the words given in the brackets. ਆਓ ਹੁਣ ਅਸੀਂ ਦੂਸਰੀ ਡਿਗਰੀ ਚੁਣਨੀ ਹੈ। ਸੋ ਇੱਥੇ ਕੰਪੈਰੀਟਿਵ ਲਿਖਿਆ, ਉਹਦੀ ਕੋਈ ਇੰਨੀ ਲੋੜ ਨਹੀਂ ਸੀ। ਸੋ ਤੇ ਇਕੱਲਾ ਇੰਨਾ ਵੀ ਲਿਖਿਆ ਜਾਂਦਾ ਕਿ ਬਾਈ ਚੂਜ਼ਿੰਗ ਦਾ ਕਰੈਕਟ ਫਾਰਮ ਆਫ ਦਾ ਵਰਡਸ ਗਿਵਨ ਇਨ ਦਾ ਬ੍ਰੈਕਟਸ। ਸੋ ਆਪਾਂ ਇਹਨਾਂ ਤਿੰਨਾਂ ਡਿਗਰੀਆਂ ਵਿੱਚੋਂ ਇੱਕ ਸੂਟੇਬਲ ਡਿਗਰੀ ਜਿਹੜੀ ਹੈ ਇਹਦੇ ਵਿੱਚ ਲਿਖਣੀ ਹੈ। ਸਭ ਤੋਂ ਪਹਿਲਾਂ ਆਸਟ੍ਰੇਲੀਆ ਇਜ਼ ਦ, ਜਿੱਥੇ ਦ ਆ ਜਾਏ ਉੱਥੇ ਥਰਡ ਡਿਗਰੀ ਲੱਗੇਗੀ, ਠੀਕ। ਆਸਟ੍ਰੇਲੀਆ ਇਜ਼ ਦ ਲਾਰਜੈਸਟ ਆਈਲੈਂਡ ਇਨ ਦ ਵਰਲਡ। Second, the class test was dash than, ਜਿੱਥੇ than ਆ ਜਾਏ ਉੱਥੇ second degree ਲੱਗੇਗੀ, ਕਿਹੜੀ ਹੋਏਗੀ? ER ਵਾਲੀ, ਠੀਕ। The class test was easier than we had expected. Third, the elephant has the, okay, the आ गया, longest आ जाएगा फिर। The elephant has the longest trunk. Fourth, Kilimanjaro in Africa is dash then आ गया तो फिर क्या होगी? Second degree. So Kilimanjaro in Africa is taller than Mont Blanc in Europe. Fifth, the white dog was the dash, the आ गया, okay. The white dog was the greediest of all. Activity 6. Fill in the blanks with the correct degree of comparison of the adjective. Use the adjective given in the brackets.
ਬਸ ਸੇਮ ਹੀ ਕਰਨਾ ਹੈ। ਬਸ ਇੱਥੇ ਫਰਕ ਇਹ ਹੈ ਕਿ ਆਪਾਂ ਨੂੰ ਇੱਥੇ ਇੱਕ ਵਰਡ ਦਿੱਤਾ, ਇਹਨਾਂ ਦੀਆਂ ਡਿਗਰੀਜ਼ ਕਿਹੜੀਆਂ ਨੇ ਉਹ ਅਸੀਂ ਆਪਣੇ ਆਪ ਚੂਜ਼ ਕਰਕੇ ਲਿਖਣੀ ਹੈ। ਸ਼ਾਮ ਇਜ਼ ਹੈਲਥੀਅਰ ਦੈਨ ਕਰਨ, ਨੀਲ ਇਜ਼ ਦਾ ਹੈਲਥੀਐਸਟ ਆਫ them all, my room is neater than yours, Polestar is the brightest star, the sweets I ate at this sweet shop are more delicious than any other sweets I have ever eaten, is the prime minister more powerful than the president? Activity 7, rewrite each sentence below using the comparative or superlative form of the adjective given in the brackets. Okay, ਹੁਣ ਆਪਾਂ ਨੂੰ ਰੀਰਾਈਟ ਕਰਨਾ, ਦੁਬਾਰਾ ਕਰਨਾ। ਓਕੇ, ਯਾਨੀ ਬ੍ਰੈਕਟ ਵਿੱਚ ਐਡਜੈਕਟਿਵ ਲਿਖਿਆ ਹੋਏਗਾ, ਆਪਾਂ ਦੇਖਣਾ ਹੈ ਕਿ ਉੱਥੇ ਸੈਕਿੰਡ ਡਿਗਰੀ ਆਊਗੀ ਕਿ ਥਰਡ ਆਏਗੀ। ਸੋ ਪਹਿਲੀ ਐਗਜ਼ਾਮਪਲ ਕੀਤੀ ਹੋਈ ਹੈ ਉਹ ਦੇਖ ਲੈਂਦੇ ਆ। ਯੂ ਆਰ ਟਾਲ ਦੈਨ ਮੀ, ਹੁਣ ਦੈਨ ਲੱਗ ਗਿਆ, ਇਹਦਾ ਮਤਲਬ ਸੈਕਿੰਡ ਡਿਗਰੀ ਆਏਗੀ। ਯੂ ਆਰ ਟਾਲਰ ਦੈਨ ਮੀ। फर्स्ट एग्जाम्पल करते हैं, the fish I caught is dash than the one you caught, so big का क्या आएगा, bigger, that is the, so the आगे कितनी डिग्री आएगी, third, that is the smallest umbrella I have ever seen, third, she is the pretty girl I have ever seen, she is the prettiest girl I have ever seen, my friend is fabulous than yours, my friend is more fabulous than yours, the building is larger than the one next to it, who has the easiest job in our family, do you think a screwdriver is more useful than a hammer? Next, learning to speak, आओ इन्हू बोलना सीखिए। एक्टिविटी 8, think, सोचो, पेयर ग्रुप बनाओ, शेयर ਅਤੇ ਸਾਂਝਾ ਕਰੋ। ਸਿਟ ਫੇਸਿੰਗ ਯੂਰ ਪਾਰਟਨਰ, ਆਪਣੇ ਪਾਰਟਨਰ ਵੱਲ ਮੂੰਹ ਕਰਕੇ ਬੈਠੋ। ਥਿੰਕ ਆਫ ਅ ਗੁੱਡ ਹਿਊਮਨ ਵੈਲਿਊਜ਼ ਸੱਚ ਐਜ਼, ਤੇ ਜਿਹੜੀਆਂ ਹਿਊਮਨ ਵੈਲਿਊਜ਼ ਹੈ ਯਾਨੀ ਮਨੁੱਖੀ ਕਦਰਾਂ ਕੀਮਤਾਂ ਉਹਨਾਂ ਬਾਰੇ ਸੋਚੋ। ਕਿਹੜੀਆਂ? ਪਹਿਲੀ ਹੈ ਸ਼ੇਅਰਿੰਗ ਫੂਡ, ਯਾਨੀ ਖਾਣਾ ਵੰਡ ਕੇ। ਸੈਕਿੰਡ, ਕੇਅਰਿੰਗ ਫॉर ਐਨ ਇੰਜਰਡ ਐਨੀਮਲ, ਕੋਈ ਜ਼ਖਮੀ ਐਨੀਮਲ ਹੈ ਉਹਦੀ ਕੇਅਰ ਕਰਨਾ। थर्ड, गिविंग न्यू क्लॉथ्स टू द नीडी, ਜ਼ਰੂਰਤਮੰਦਾਂ ਨੂੰ ਨਵੇਂ ਕੱਪੜੇ ਦੇਣੇ ਐਟਸੈਟਰਾ। Think about what you would want to do to help someone. Tell your partner about it. Each pair will take 5 minutes to speak and listen to each other. After 5 minutes, say what you have learnt about your partner in front of the class. So ਇੱਥੇ ਕੀ ਕਰਾਂਗੇ? ਗਰੁੱਪਿੰਗ ਕਰਾਂਗੇ ਕਲਾਸ ਦੀ। ਉਹਦੇ ਵਿੱਚ ਕੀ ਹੋਏਗਾ? ਅਲੱਗ-ਅਲੱਗ ਗਰੁੱਪ ਬਣ ਜਾਣਗੇ ਤੇ ਉਹਦੇ ਵਿੱਚ ਡਿਸਕਸ਼ਨ ਹੋਏਗੀ ਇਹਨਾਂ ਸਾਰੇ ਟੌਪਿਕਸ ਤੇ, ਸ਼ੇਅਰਿੰਗ ਫੂਡ ਉੱਤੇ ਜਾਂ ਕੁਝ ਵੀ ਮਨੁੱਖੀ ਕਦਰਾਂ ਕੀਮਤਾਂ ਉੱਤੇ, ਅੱਛੀਆਂ ਗੱਲਾਂ ਤੇ ਉਸ ਤੋਂ ਬਾਅਦ ਸਾਰਿਆਂ ਨੂੰ 5 ਮਿੰਟ ਦਾ ਬੋਲਣ ਦਾ ਮੌਕਾ ਮਿਲੇਗਾ ਗਰੁੱਪ ਵਿੱਚ। ਤੇ ਫਿਰ ਉਸ ਤੋਂ ਬਾਅਦ ਫਿਰ ਸਾਰੀ ਕਲਾਸ ਦੇ ਸਾਹਮਣੇ ਦੱਸਣਾ ਹੋਏਗਾ ਕਿ ਤੁਸੀਂ ਆਪਣੇ ਪਾਰਟਨਰ ਤੋਂ ਕੀ ਸਿੱਖਿਆ। ਨੈਕਸਟ, ਲਰਨਿੰਗ ਟੂ ਰਾਈਟ, ਆਓ ਇਹਨੂੰ ਲਿਖਣਾ ਸਿੱਖੀਏ। ਐਕਟੀਵਿਟੀ 9, ਡੂ ਸਮ ਪੀਪਲ who want to sell something ring your doorbell in the afternoons। ਕੀ ਕਰੀ ਏਦਾਂ ਹੁੰਦਾ ਹੈ ਕਿ ਦੁਪਹਿਰ ਵੇਲੇ ਚੀਜ਼ਾਂ ਵੇਚਣ ਵਾਲੇ ਤੁਹਾਡੇ ਘਰ ਆਉਂਦੇ ਹੋਣ ਤੇ ਡੋਰ ਦੀ ਬੈਲ ਵਜਾਉਂਦੇ ਹੋਣ। ਡੂ ਦੇ ਡਿਸਟਰਬ ਯੂ, ਕਿ ਉਹ ਤੁਹਾਨੂੰ ਡਿਸਟਰਬ ਕਰਦੇ ਹਨ। ਹਾਊ ਡੂ ਯੂ ਰਿਐਕਟ, ਤੁਸੀਂ ਕਿੱਦਾਂ ਰਿਐਕਟ ਕਰਦੇ ਹੋ, ਯਾਨੀ ਤੁਸੀਂ ਕਿੱਦਾਂ ਵਿਵਹਾਰ ਕਰਦੇ ਹੋ। ਆਰ ਯੂ ਪੋਲਾਈਟ ਟੂ them, ਕਿ ਤੁਸੀਂ ਉਹਨਾਂ ਨਾਲ ਨਿਮਰਤਾਪੂਰਕ ਵਿਵਹਾਰ ਕਰਦੇ ਹੋ। ਮੋਸਟ ਪੀਪਲ ਆਰ ਰੂਡ ਟੂ them, ਰੂਡ ਹੁੰਦਾ ਕੁਰਖਤ, ਯਾਨੀ ਅੱਛਾ ਨਹੀਂ ਵਿਵਹਾਰ ਕਰਦੇ। ਜ਼ਿਆਦਾ ਲੋਕ ਉਹਨਾਂ ਨਾਲ ਅੱਛਾ ਵਿਵਹਾਰ ਨਹੀਂ ਕਰਦੇ। ਰਾਈਟ ਅਬਾਊਟ ਦ ਟਾਈਮ when a salesman rang a bell when you were sleeping, you can use some of the following words phrases। ਕਹਿੰਦੇ ਹੁਣ ਤੁਸੀਂ ਕੁਝ ਲਿਖੋ ਕਿ ਤੁਸੀਂ ਸੁੱਤੇ ਪਏ ਹੋ ਦੁਪਹਿਰ ਵੇਲੇ, ਇੱਕ ਸੇਲਜ਼ਮੈਨ ਆਪਣੀ ਕੋਈ ਚੀਜ਼ ਵੇਚਣ ਆ ਗਿਆ। ਹੁਣ ਨੀਚੇ ਵਾਲੇ ਸ਼ਬਦ ਹੈ, ਇਹਨਾਂ ਨੂੰ ਤੁਸੀਂ ਵਰਤ ਕੇ ਉਹ ਆਪਣੀ ਰਾਈਟਿੰਗ ਹੈ ਜਿਹੜੀ ਉਹ ਡਿਵੈਲਪ ਕਰਨੀ ਹੈ। ਮੈਂ ਇਹਨਾਂ ਦੇ ਮੀਨਿੰਗ ਦੱਸ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਲਿਖਣ ਦੀ ਕੋਸ਼ਿਸ਼ ਆਪਣੇ ਆਪ ਕਰਨੀ ਹੈ। ਆਫਟਰਨੂਨ ਦੁਪਹਿਰ, ਬੈਲ ਤੁਹਾਨੂੰ ਪਤਾ ਹੀ ਹੈ। ਫਾਸਟ ਅਸਲੀਪ ਯਾਨੀ ਗੂੜੀ ਨੀਂਦ। ਵੋਕ ਅਪ ਉੱਠਿਆ। ਸੇਲਜ਼ਮੈਨ ਚੀਜ਼ਾਂ ਵੇਚਣ ਵਾਲਾ। ਸੈਲਿੰਗ ਬੁੱਕਸ ਕਿਤਾਬਾਂ ਵੇਚ ਰਿਹਾ। ਪੈਸਟਰਡ, ਪੈਸਟਰ ਹੁੰਦਾ ਤੁਹਾਨੂੰ ਚੜਾਇਆ। ਆਫਰਡ ਵਾਟਰ, ਪਾਣੀ ਦਿੱਤਾ। ਐਂਗਰੀ, ਗੁੱਸਾ। ਕਲੋਜ਼ ਦਾ ਡੋਰ, ਦਰਵਾਜ਼ਾ ਬੰਦ ਕਰ ਦਿੱਤਾ। ਸੋ ਇਹ ਸਾਰੇ ਸ਼ਬਦ ਹੈ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਹਾਵ ਭਾਵ, ਚਾਹੇ ਉਹ ਖੁਸ਼ੀ ਵਾਲੇ ਹੈ ਜਾਂ ਤੁਸੀਂ ਉਹਨੂੰ ਦੇਖ ਕੇ ਚਿੜੇ ਹੋ, ਓਕੇ,
ਉਹ ਸਾਰੇ ਹਾਵ ਭਾਵ ਤੁਸੀਂ ਆਪਣੇ ਸ਼ਬਦਾਂ 'ਚ ਬਿਆਨ ਕਰ ਸਕਦੇ ਹੋ। ਸੋ ਇੱਥੇ ਇੱਕ ਗੱਲ ਹੈ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਨਹੀਂ ਮੈਂ ਬਹੁਤ ਚੰਗਾ ਲਿਖਣਾ ਹੈ। ਠੀਕ, ਇੱਥੇ ਮੇਨ ਮੋਟਿਵ ਕੀ ਹੈ? ਮੇਨ ਮੋਟਿਵ ਇਹੀ ਹੈ ਕਿ ਜਿੱਦਾਂ ਦੀ ਵੀ ਤੁਹਾਡੇ ਅੰਦਰ ਫੀਲਿੰਗ ਆਵੇ ਤੁਸੀਂ ਉਹਨੂੰ ਬਿਆਨ ਕਰ ਸਕੋ। ਸੋ ਕੁਝ ਬੱਚੇ ਲਿਖਣਗੇ ਕਿ ਮੈਨੂੰ ਚੰਗਾ ਲੱਗਿਆ, ਉਹ ਚੰਗੇ ਵਾਲੇ, ਤੇ ਕੁਝ ਬੱਚੇ ਲਿਖਣਗੇ ਮੈਨੂੰ ਬਹੁਤ ਬੁਰਾ ਲੱਗਿਆ, ਮੈਂ ਤਾਂ ਚਿੜ ਗਿਆ ਉਹਨੂੰ ਦੇਖ ਕੇ, ਮੈਂ ਤਾਂ ਦਰਵਾਜ਼ਾ ਬੰਦ ਕਰ ਲਿਆ। ਠੀਕ ਹੈ, ਮੈਨੂੰ ਉੱਠਣਾ ਪੈ ਗਿਆ। ਇਹੋ ਜਿਹੇ ਤਾਂ ਬੰਦੇ ਇਸ ਟਾਈਮ ਮਾਣੇ ਨਹੀਂ ਚਾਹੀਦੇ, ਇਹਨਾਂ ਨੂੰ ਅਕਲ ਨਹੀਂ ਹੈਗੀ। ਠੀਕ, I was pestered by a salesman when he rang a bell and woke me up as I was fast asleep। ਤੁਸੀਂ ਇਹਦੇ ਸਿੰਪਲ ਲਿਖ ਸਕਦੇ ਹੋ। In an afternoon, a salesman came and rang the bell of my door. I was fast asleep and woke up. I offered him water and purchased things from him. So ਇਹਦਾ ਕੁਝ ਵੀ ਤੁਸੀਂ ਬਣਾ ਕੇ ਲਿਖ ਸਕਦੇ ਹੋ। Learning to use language। So ਇੱਕ ਪੈਰਾਗ੍ਰਾਫ ਹੈ, ਇਹ ਤੁਸੀਂ ਪੜ੍ਹਨਾ ਹੈ, ਬਲੈਕ ਪੂਲ ਦੇ ਨਾਲ ਰਿਲੇਟਡ ਹੈ ਤੇ ਉਹਦੇ ਨਾਲ ਫਿਰ ਇੱਕ ਐਕਟੀਵਿਟੀ ਹੈ ਜਿਹੜੇ ਤੁਸੀਂ ਹੱਲ ਕਰਨਾ ਹੈ। ਆਪਾਂ ਪਹਿਲਾਂ ਪੜ੍ਹੀਏ। ਬਲੈਕਪੂਲ ਇਜ਼ ਅ ਬਿਊਟੀਫੁਲ ਟਾਊਨ ਇਨ ਇੰਗਲੈਂਡ। ਬਲੈਕਪੂਲ ਬਿਊਟੀਫੁਲ ਟਾਊਨ ਹੈ ਇੰਗਲੈਂਡ ਦਾ। ਟੂਰਿਸਟ ਲਵ ਗੋਇੰਗ ਟੂ ਬਲੈਕਪੂਲ। ਟੂਰਿਸਟ ਇੱਥੇ ਆਉਣਾ ਪਸੰਦ ਕਰਦੇ ਹਨ। ਬਲੈਕਪੂਲ ਇਜ਼ ਸਿਚੁਏਟਡ ਐਟ ਦਾ ਸੀ ਸਾਈਡ। ਬਲੈਕਪੂਲ ਸੀ ਸਾਈਡ ਦੇ ਨੇੜੇ ਸਥਿਤ ਹੈ। The sea water of Blackpool is very salty and visibly black। Blackpool ਦਾ ਜੋ sea water ਹੈ, ਬਲੈਕਪੂਲ ਦਾ ਜੋ ਸਮੁੰਦਰੀ ਪਾਣੀ ਹੈ ਬੜਾ ਨਮਕੀਨ ਹੈ ਅਤੇ ਕਾਲਾ ਦਿਖਦਾ ਹੈ। That is why the town is called Blackpool। ਇਸੇ ਕਰਕੇ ਇਸ ਨੂੰ ਬਲੈਕਪੂਲ ਕਿਹਾ ਜਾਂਦਾ ਹੈ। It is a place that children love going to। ਇਹੋ ਜਗ੍ਹਾ ਜਿੱਥੇ ਬੱਚੇ ਜਾਣਾ ਪਸੰਦ ਕਰਦੇ ਹਨ। There is a lot that children may find amusing। ਇੱਥੇ ਬਹੁਤ ਕੁਝ ਹੈ ਜਿਹੜਾ ਕਿ ਬੱਚਿਆਂ ਨੂੰ ਰੋਚਕ ਲੱਗਦਾ ਹੈ। There is a tall tower in the middle of the town which is also black। Middle of town, ਇਸ ਨਗਰ ਦੇ ਵਿਚਕਾਰ ਇੱਕ ਲੰਬਾ ਕਾਲੇ ਰੰਗ ਦਾ ਮੀਨਾਰ ਹੈ। Activity 10, write a paragraph on your village, town, city or Amritsar, Jalandhar, Patiala, Ludhiana, etc. You may talk about where the place is located, what the place is famous for, what most people do when they visit the place। Okay, so ਇੱਥੇ ਤੁਸੀਂ ਵੀ ਆਪਣੀ ਸਿਟੀ ਬਾਰੇ, ਕੋਈ ਵੀ ਆਪਣੀ ਜਗ੍ਹਾ ਬਾਰੇ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਬਾਰੇ ਲਿਖਣ ਦੀ ਪ੍ਰੈਕਟਿਸ ਕਰ ਸਕਦੇ ਹੋ। ਜਿਵੇਂ ਮੈਂ ਲੁਧਿਆਣੇ ਰਹਿਣਾ, ਸੋ ਮੈਂ ਕੀ ਕਹਾਂਗਾ ਕਿ I was born and brought up in Ludhiana, ਕਿ ਮੈਂ ਲੁਧਿਆਣੇ ਜੰਮਿਆ ਪਲਿਆ। I hail from urban part of city। This city is known for hosiery goods। There are world-class education facilities, medical facilities and several modern facilities available। Okay, so ਇਦਾਂ ਤੁਸੀਂ ਆਪਣੀ wording ਵਿੱਚ ਕੁਝ ਵੀ ਲਿਖ ਸਕਦੇ ਹੋ। ਤੁਸੀਂ ਆਪਣੀ wording 'ਚ ਲਿਖਣਾ ਚਾਹੁੰਦੇ ਹੋ, ਤੁਸੀਂ ਲਿਖੋਗੇ ਕਿ I live in this village, I love this state, the people are very good, there are many parks, there are many gardens, the streets are very neat and clean। Okay, it is well maintained, it is equipped with modern facilities। Okay, so ਇਦਾਂ ਦੀ ਗੱਲਾਂ ਕੁਝ ਵੀ ਤੁਸੀਂ ਆਪਣੇ ਕੋਲ ਬਣਾ ਕੇ ਲਿਖ ਸਕਦੇ ਹੋ। Hello students, how are you? Hoping you all are hale and hearty in your own homes. Today we will do a very good paragraph that is given in your textbook in the back exercise of 4th lesson। ਅੱਜ ਅਸੀਂ ਇੱਕ ਬਹੁਤ ਅੱਛਾ ਪੈਰਾਗ੍ਰਾਫ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਤੁਹਾਡੀ ਟੈਕਸਟ ਬੁੱਕ ਦੇ ਚੌਥੇ ਲੈਸਨ ਦੀ ਬੈਕ ਐਕਸਰਸਾਈਜ਼ ਵਿੱਚ ਦਿੱਤਾ ਹੋਇਆ ਹੈ। ਸੋ ਉਸ ਪੈਰਾਗ੍ਰਾਫ ਦਾ ਨਾਮ ਹੈ ਮਾਈ ਸਿਟੀ ਔਰ ਮਾਈ ਵਿਲੇਜ। ਆਪਾਂ ਦੋਨੋਂ ਹੀ ਕਰ ਲੈਂਦੇ ਹਾਂ। ਜਿੱਥੇ ਵੀ ਤੁਸੀਂ ਰਹਿੰਦੇ ਹੋ, ਚਾਹੇ ਸਿਟੀ 'ਚ ਰਹਿੰਦੇ ਹੋ ਤੁਸੀਂ ਸਿਟੀ ਯਾਦ ਕਰ ਸਕਦੇ ਹੋ, ਵਿਲੇਜ 'ਚ ਰਹਿੰਦੇ ਹੋ ਵਿਲੇਜ ਯਾਦ ਕਰ ਸਕਦੇ ਹੋ ਸਕਦਾ ਹੈ ਪੇਪਰ ਵਿੱਚ ਆ ਜਾਏ ਮਾਈ ਹੋਮ ਟਾਊਨ, ਹੋ ਸਕਦਾ ਪੇਪਰ 'ਚ ਆ ਜਾਏ ਮਾਈ ਵਿਲੇਜ ਲਿਖੋ, ਹੋ ਸਕਦਾ ਪੇਪਰ 'ਚ ਆ ਜਾਏ ਮਾਈ ਸਿਟੀ ਲਿਖੋ। ਜਦੋਂ ਅਸੀਂ ਇਹ ਸਾਰੇ ਕਰਾਂਗੇ ਤਾਂ ਸਾਨੂੰ ਆਈਡੀਆ ਹੋਏਗਾ ਕਿ ਆਪਾਂ ਕਾਫੀ ਸਾਰੀਆਂ ਜਿਹੜੀਆਂ ਲਾਈਨਸ ਹੈ ਇਹਨੂੰ ਸਮਝ ਕੇ ਇੰਟਰਚੇਂਜ ਕਰਕੇ ਲਿਖ ਸਕਦੇ ਹਾਂ ਜਿਹੜੀਆਂ ਕਿ ਕਾਫੀ ਸਿਮਿਲਰ ਹਨ ਮਾਈ ਸਿਟੀ ਲਈ ਵੀ ਤੇ ਮਾਈ ਵਿਲੇਜ ਲਈ ਵੀ। ਓਕੇ, ਸੋ ਇਹਨਾਂ ਵਿੱਚੋਂ ਜਿਹੜੀਆਂ ਕਾਮਨ ਲਾਈਨਸ ਤੁਹਾਨੂੰ ਲੱਗੀਆਂ ਕਿ ਹਾਂ ਮੈਂ ਆਪਣੇ ਮਾਈ ਵਿਲੇਜ ਵਿੱਚ ਵੀ ਇਹ ਲਿਖ ਸਕਦਾ, ਤੁਸੀਂ ਉਹ ਪਿਕ ਕਰ ਸਕਦੇ ਹੋ ਮਾਈ ਸਿਟੀ ਵਿੱਚੋਂ। ਓਕੇ, ਮਾਈ ਸਿਟੀ ਦੀਆਂ ਕੁਝ ਲਾਈਨਸ ਜਿਹੜੀਆਂ ਤੁਸੀਂ ਮਾਈ ਵਿਲੇਜ ਵਿੱਚ ਯੂਜ਼ ਕਰ ਸਕਦੇ ਹੋ। ਸੋ ਇਸ ਤਰ੍ਹਾਂ ਤੁਸੀਂ ਆਪਣਾ ਹੋਮ ਟਾਊਨ ਦਾ ਇੱਕ ਪੈਰਾਗ੍ਰਾਫ ਡਿਵੈਲਪ ਕਰ ਸਕਦੇ ਹੋ।
ਸੋ ਆਪਾਂ ਸਟਾਰਟ ਕਰਦੇ ਹਾਂ ਮਾਈ ਸਿਟੀ ਤੋਂ। ਇੱਥੇ ਕਿਉਂਕਿ ਮੈਂ ਲਿਖ ਰਿਹਾ ਸੋ ਮੈਂ ਆਪਣੀ ਸਿਟੀ ਦੀ ਗੱਲ ਕਰਾਂਗਾ। ਲੁਧਿਆਣਾ ਇਜ਼ ਅ ਬਿਊਟੀਫੁਲ ਮੈਟਰੋਪੋਲੀਟਨ ਸਿਟੀ। ਸ਼ਾਇਦ ਕਈਆਂ ਨੂੰ ਲੱਗੇ ਕਿ ਲੁਧਿਆਣਾ ਨੂੰ ਬਿਊਟੀਫੁਲ ਕਿਉਂ ਕਹਿਤਾ ਜਦ ਕਿ ਉੱਥੇ ਇੰਨਾ ਪੋਲਿਊਸ਼ਨ ਹੈ, ਭੀੜ ਭਾੜ ਹੈ, ਪਰ ਅਸੀਂ ਦੋਨੋਂ ਪਹਿਲੂ ਲੈ ਕੇ ਚੱਲਾਂਗੇ। ਓਕੇ, ਸੋ ਨੈਕਸਟ ਹੈ ਇਟ ਇਜ਼ ਨੋਨ ਫॉर ਇਟਸ ਹੋਜ਼ਰੀ ਇੰਡਸਟਰੀ। ਇਹ ਆਪਣੀ ਹੋਜ਼ਰੀ ਦੀ ਇੰਡਸਟਰੀ ਕਰਕੇ ਜਾਣਿਆ ਜਾਂਦਾ ਹੈ। ਇਟ ਇਜ਼ ਅ ਬਿਜ਼ਨਸ ਕੈਪੀਟਲ ਆਫ ਪੰਜਾਬ। ਇਹ ਪੰਜਾਬ ਦੀ ਬਿਜ਼ਨਸ ਕੈਪੀਟਲ ਹੈ। ਇਟ ਇਜ਼ ਆਲਸੋ ਕਾਲਡ ਮਾਨਚੈਸਟਰ ਆਫ ਇੰਡੀਆ। ਇਸ ਨੂੰ ਇੰਡੀਆ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਮਾਨਚੈਸਟਰ ਜੋ ਇੰਗਲੈਂਡ ਦੀ ਇੱਕ ਸਿਟੀ ਹੈ ਜੋ ਕਿ ਫੇਮਸ ਹੈ ਆਪਣੀ ਹੋਜ਼ਰੀ ਇੰਡਸਟਰੀ ਕਰਕੇ, ਇਸ ਲਈ ਲੁਧਿਆਣੇ ਨੂੰ ਵੀ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ। It is situated in the mid of Punjab। ਇਹ ਪੰਜਾਬ ਦੇ ਮੱਧ ਵਿੱਚ ਸਥਿਤ ਹੈ। It is also enriched with world class medical facilities। ਹੁਣ ਦੇਖੋ ਲਿਖਣ ਨੂੰ ਸਿੰਪਲ ਵੀ ਲਿਖਿਆ ਜਾ ਸਕਦਾ ਹੈ ਕਿ medical facilities are good ਜਾਂ there are best medical facilities। ਪਰ ਇੱਕ ਅੱਛਾ ਪੈਰਾਗ੍ਰਾਫ ਉਹ ਹੁੰਦਾ ਹੈ ਤੁਸੀਂ ਹਰ ਗੱਲ ਨੂੰ ਅਲੱਗ-ਅਲੱਗ ਤਰੀਕੇ ਨਾਲ ਦੱਸ ਸਕੋ। ਸੋ ਇੱਥੇ ਆਪਾਂ ਕਿਸ ਤਰ੍ਹਾਂ ਕਿਹਾ ਕਿ it is also enriched with world class medical facilities। enrich ਦਾ ਮਤਲਬ ਹੁੰਦਾ ਸੁਸੱਜਿਤ ਹੋਣਾ, ਬਈ ਕੋਈ ਚੀਜ਼ ਇਸ ਤੇ ਸ਼ੋਭਦੀ ਹੋਵੇ, ਜਿਹੜੀ ਚੀਜ਼ ਉਸ ਵਿੱਚ ਹੋਣ ਨਾਲ ਉਹਦੀ ਸ਼ੋਭਾ ਵਧਦੀ ਹੋਵੇ, ਆਪਾਂ ਕਹਿੰਦੇ ਆ ਕਿ ਉਹ ਚੀਜ਼ enrich ਹੈ ਇਸ ਚੀਜ਼ ਦੇ ਨਾਲ। ਸੋ ਲੁਧਿਆਣਾ ਕਿਹਦੇ ਨਾਲ enrich ਹੈ? ਲੁਧਿਆਣੇ ਦੀ ਸ਼ੋਭਾ ਕਿਹਦੇ ਨਾਲ ਵਧਦੀ ਹੈ? it is also enriched with world class medical facilities। ਕਿ ਇੱਥੇ world class medical facilities ਅਵੇਲੇਬਲ ਹਨ। ਕਈ ਤਰ੍ਹਾਂ ਦੇ world class hospitals ਇੱਥੇ ਅਵੇਲੇਬਲ ਹਨ, ਜਿੱਦਾਂ DMC, CMC, Fortis, Deep Hospital, ਸਤਿਗੁਰੂ ਪ੍ਰਤਾਪ ਸਿੰਘ ਹਸਪੀਟਲ, ਤੇ ਇਕੱਲੇ ਹਸਪੀਟਲਸ ਹੀ ਨਹੀਂ ਮੈਡੀਕਲ ਕਾਲਜਸ ਵਗੈਰਾ ਵੀ ਅਵੇਲੇਬਲ ਹਨ। This historical city, ਹਿਸਟੋਰੀਕਲ ਸਿਟੀ ਲਿਖਣ ਦੇ ਨਾਲ ਸਾਰੀਆਂ ਗੱਲਾਂ ਵਿੱਚ ਆ ਗਈਆਂ ਕਿ ਇਸ ਸਿਟੀ ਦੀ ਹਿਸਟੋਰੀਕਲ ਬੈਕਗ੍ਰਾਉਂਡ ਵੀ ਹੈ। This historical city has its own rich heritage। ਇਸ ਇਤਿਹਾਸਿਕ ਸ਼ਹਿਰ ਦਾ ਆਪਣਾ ਇੱਕ ਅਮੀਰ ਸੱਭਿਆਚਾਰ ਹੈ। There are many famous places like Clock Tower, ਚੋੜਾ ਬਾਜ਼ਾਰ and industrial areas। ਇੱਥੇ ਕਈ ਜਗ੍ਹਾਵਾਂ ਮਸ਼ਹੂਰ ਹਨ ਜਿੱਦਾਂ ਘੰਟਾ ਘਰ, ਚੋੜਾ ਬਾਜ਼ਾਰ ਅਤੇ ਇੰਡਸਟਰੀਅਲ ਏਰੀਆਜ਼। It also provides cutting edge educational opportunities। ਕਟਿੰਗ ਐਜ ਹੁੰਦਾ ਬਿਲਕੁਲ ਮਾਡਰਨ, ਠੀਕ ਹੈ, ਲੇਟੈਸਟ। ਇਹ ਸਾਨੂੰ ਲੇਟੈਸਟ ਐਜੂਕੇਸ਼ਨਲ ਓਪਰਚੁਨਿਟੀਜ਼ ਵੀ ਪ੍ਰੋਵਾਈਡ ਕਰਦਾ ਹੈ। There is a lot, ਇੱਥੇ ਬਹੁਤ ਕੁਝ ਹੈ that children may find amusing, ਜਿਹੜਾ ਬੱਚਿਆਂ ਨੂੰ ਰੋਚਕ ਲੱਗੇ। On the flip side, flip side ਹੁੰਦੀ ਹੈ ਦੂਜੀ ਸਾਈਡ ਜਿਹੜੀ ਕਿ ਇੰਨੀ ਇੰਪੋਰਟੈਂਟ ਨਹੀਂ ਹੈ ਪਰ ਹੈ। Okay, on the flip side ਜੇ ਦੂਜੇ ਪਾਸੇ ਗੱਲ ਕਰੀਏ, overcrowding roads and pollution are the front row issues। ਦੂਜੇ ਪਾਸੇ ਗੱਲ ਕਰੀਏ ਤਾਂ ਭੀੜ ਭਾੜ ਵਾਲੀਆਂ ਸੜਕਾਂ ਅਤੇ ਪੋਲਿਊਸ਼ਨ ਇਸ ਦੇ ਅਜਿਹੇ ਮੁੱਖ ਮੁੱਦੇ ਹਨ। ਫਰੰਟ ਰੋ ਇਸ਼ੂ ਹੁੰਦਾ ਜਿਹੜੇ ਕਿ ਇਸ਼ੂ ਸਰਕਾਰ ਨੇ ਜਾਂ ਐਡਮਿਨਿਸਟ੍ਰੇਸ਼ਨ ਨੇ ਆਪਣੀ ਪਹਿਲੀ ਰੋ ਵਿੱਚ ਰੱਖੇ ਹੋਣ ਕਿ ਪਹਿਲਾਂ ਇਹਨਾਂ ਨੂੰ ਡੀਲ ਕਰਨਾ ਤੇ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਇਹ ਚੀਜ਼ਾਂ ਅਸੀਂ ਟੈਕਲ ਕਰ ਸਕੀਏ। ਓਕੇ, ਸੋ ਉਹਨੂੰ ਕਹਿੰਦੇ ਨੇ ਫਰੰਟ ਰੋ ਇਸ਼ੂਜ਼। ਜਿਹੜੀ ਚੀਜ਼ ਆਪਾਂ ਫਰੰਟ ਰੋ ਤੇ ਰੱਖਦੇ ਹਾਂ ਵੀ ਪਹਿਲਾਂ ਇਹ ਹੱਲ ਕਰਨੀ ਹੈ, ਠੀਕ ਹੈ, ਯਾਨੀ ਪਹਿਲ ਦੇ ਆਧਾਰ ਤੇ, ਉਹਨੂੰ ਕਹਿੰਦੇ ਨੇ ਫਰੰਟ ਰੋ ਇਸ਼ੂਜ਼। For those administration is taking concrete steps। ਕੰਕਰੀਟ ਹੁੰਦਾ ਕਠੋਰ, ਸਟੈਪਸ ਹੁੰਦਾ ਕਦਮ, ਜਿਨ੍ਹਾਂ ਨੂੰ ਟੈਕਲ ਕਰਨ ਲਈ ਐਡਮਿਨਿਸਟ੍ਰੇਸ਼ਨ ਸਾਡੇ ਸ਼ਹਿਰ ਦੇ ਜੋ ਪ੍ਰਬੰਧਕ ਹਨ ਮੀਨਸ ਲੋਕਲ ਗਵਰਨਮੈਂਟ ਬੋਡੀ ਉਹ ਪੂਰੇ ਕਠੋਰ ਸਟੈਪਸ ਉਠਾ ਰਹੇ ਹਨ ਤਾਂ ਕਿ ਇਹ ਜਿਹੜੇ ਫਰੰਟ ਰੋ ਇਸ਼ੂਜ਼ ਹੈ ਇਹਨਾਂ ਨੂੰ ਟੈਕਲ ਕੀਤਾ ਜਾ ਸਕੇ। ਬਟ ਆਈ ਲਵ ਮਾਈ ਸਿਟੀ ਵੈਰੀ ਮਚ। ਪਰ ਚਾਹੇ ਇਹ ਸਾਰਾ ਕੁਝ ਇਹਦੇ ਵਿੱਚ ਮੌਜੂਦ ਹੈ, ਚਾਹੇ ਭੀੜ ਭਾੜ ਬਹੁਤ ਹੈ, ਪੋਲਿਊਸ਼ਨ ਬਹੁਤ ਹੈ, ਪਰ ਆਪਣੀ ਸਿਟੀ ਆਪਣੀ ਹੁੰਦੀ ਹੈ। ਇਸ ਕਰਕੇ ਐਂਡ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਬਟ ਆਈ ਲਵ ਮਾਈ ਸਿਟੀ
ਵੈਰੀ ਮੱਚ। ਸੋ ਇਹ ਛੋਟਾ ਜਿਹਾ, ਇਹਦੇ ਵਿੱਚੋਂ ਜਿਹੜੀ ਲਾਈਨ ਤੁਹਾਨੂੰ ਲੱਗਦੀ ਹੈ ਕਿ ਬਹੁਤ ਔਖੀ ਹੈ ਉਹ ਤੁਸੀਂ ਛੱਡ ਸਕਦੇ ਹੋ। ਕੋਈ ਵੀ ਲਾਈਨ ਤੁਸੀਂ ਅੱਗੇ ਪਿੱਛੇ ਕਰਕੇ ਵੀ ਲਿਖ ਸਕਦੇ ਹੋ ਜਦੋਂ ਜਿਹੜੀ ਲਾਈਨ ਯਾਦ ਆ ਜਾਏ, ਕਿਉਂਕਿ ਇਹ ਸਟੋਰੀ ਨਹੀਂ ਹੈ ਕਿ ਇਹਦੇ ਵਿੱਚ ਇੱਕ ਲਾਈਨ ਤੋਂ ਬਾਅਦ ਆਹ ਲਾਈਨ ਹੀ ਆਏਗੀ। ਇਹਦੇ ਵਿੱਚ ਜਿਹੜੀ ਲਾਈਨ ਤੁਹਾਨੂੰ ਯਾਦ ਆਉਂਦੀ ਹੈ ਤੁਸੀਂ ਉਦੋਂ ਹੀ ਲਿਖ ਸਕਦੇ ਹੋ। ਹਾਂ, ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜਿਹੜੀ ਲਾਈਨ ਤੁਸੀਂ ਲਿਖ ਰਹੇ ਹੋ ਉਹਦੇ ਨਾਲ ਜੁੜੀਆਂ ਹੋਈਆਂ ਲਾਈਨਾਂ ਜ਼ਰੂਰ ਲਿਖਣੀਆਂ ਨੇ। ਮਤਲਬ ਤੁਸੀਂ ਇਦਾਂ ਨਹੀਂ ਲਿਖ ਸਕਦੇ ਕਿ ਲੁਧਿਆਣਾ ਇਜ਼ ਅ ਬਿਊਟੀਫੁਲ ਸਿਟੀ, ਅੱਗੋਂ ਤੁਸੀਂ ਲਿਖ ਦਿਓ ਕਿ ਔਨ ਦਾ ਫਲਿਪ ਸਾਈਡ ਓਵਰਕਰਾਊਡਿੰਗ ਰੋਡਸ ਐਂਡ ਪੋਲਿਊਸ਼ਨ ਆਰ ਦਾ ਫਰੰਟ ਰੋ ਇਸ਼ੂਜ਼। ਇੰਨੀ ਕੁ ਕਾਮਨ ਸੈਂਸ ਤੁਸੀਂ ਜ਼ਰੂਰ ਨਾਲ ਲਗਾ ਕੇ ਰੱਖਣੀ ਹੈ। ਸੋ ਮੈਂ ਆਸ ਕਰਦਾ ਕਿ ਇਹ ਪੈਰਾਗ੍ਰਾਫ, ਜੋ ਕਿ ਮੈਂ ਸਮਝਦਾ ਨਾ ਜ਼ਿਆਦਾ ਸੌਖਾ ਤੇ ਨਾ ਹੀ ਜ਼ਿਆਦਾ ਔਖਾ, ਓਕੇ, ਨਾ ਜ਼ਿਆਦਾ ਈਜ਼ੀ ਨਾ ਜ਼ਿਆਦਾ ਹਾਰਡ, ਮੈਂ ਇਹਨੂੰ ਰੱਖਿਆ ਮੀਡੀਅਮ ਰੱਖਿਆ ਤਾਂ ਕਿ ਥੋੜਾ ਜਿਹਾ ਚੈਲੰਜਿੰਗ ਵੀ ਰਵੇ ਤੇ ਤੁਹਾਨੂੰ ਇਹ ਵੀ ਲੱਗੇ ਕਿ ਹਾਂ ਅਸੀਂ ਇਹਦੇ 'ਚ ਕੁਝ ਨਵਾਂ ਵੀ ਸਿੱਖਿਆ ਹੈ। ਸੋ ਇਹ ਸੀ ਪਾਰਟ 1। ਪਾਰਟ 2 ਯਾਨੀ ਕਿ ਮਾਈ ਵਿਲੇਜ, ਉਹਦੇ ਲਈ ਮੈਂ ਸੈਕਿੰਡ ਵੀਡੀਓ ਬਣਾ ਰਿਹਾ, ਉਹ ਤੁਸੀਂ ਉੱਥੇ ਦੇਖ ਸਕਦੇ ਹੋ। My village. Let's start. I was born. Bear ਹੁੰਦਾ ਜੰਮਣਾ ਤੇ bear ਦੀ third form born. I was born ਇੱਕ ਹੀ ਹੋ ਗਿਆ passive voice. Okay, I was born ਮੈਂ ਜੰਮਿਆ ਸੀ and brought up ਅਤੇ ਪਲਿਆ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਜੰਮ ਪਲ। I was born and brought up, ਮੈਂ ਜੰਮ ਪਲ ਹਾਂ ਕਿੱਥੋਂ ਦਾ? in Chak Desraj. I was born and brought up in Chak Desraj, situated in Guraya, Jalandhar, ਜੋ ਕਿ ਗੁਰਾਇਆ ਜਲੰਧਰ ਵਿੱਚ ਹੈ। It is a very beautiful village. ਇਹ ਬਹੁਤ ਸੋਹਣਾ ਵਿਲੇਜ ਹੈ। ਹੁਣ ਦੇਖੋ, ਇੱਕ ਪਾਸੇ ਤੁਸੀਂ ਸਿੰਪਲ ਲਫ਼ਜ਼ਾਂ 'ਚ ਕਿਹਾ ਇਟ ਇਜ਼ ਅ ਵੈਰੀ ਬਿਊਟੀਫੁਲ ਵਿਲੇਜ, ਓਕੇ, ਤੇ ਦੂਜੇ ਪਾਸੇ ਉਹੀ ਚੀਜ਼ ਕਹਿਣੀ ਹੈ ਪਰ ਉਹਨੂੰ ਥੋੜੇ ਹੋਰ ਵਧੀਆ ਢੰਗ ਨਾਲ ਕਹਿ ਸਕਦੇ ਹੋ। ਕਿਸ ਤਰ੍ਹਾਂ? ਇਟ ਇਜ਼ ਅ ਪੈਰਾਡਾਈਜ਼। ਪੈਰਾਡਾਈਜ਼ ਕੀ ਹੁੰਦਾ? ਸਵਰਗ। ਕਾਹਦਾ ਪੈਰਾਡਾਈਜ਼ ਆ ਦੱਸੋ? ਕਿ ਇੱਥੇ ਕਿਹੜੀ ਚੀਜ਼ ਹੈ ਜਿਹੜੀ ਸਵਰਗ ਵਾਂਗੂ ਸੋਹਣੀ ਮਿਲਦੀ ਹੈ? ਇੱਕ ਤਾਂ ਇੱਥੋਂ ਦੀ ਬਿਊਟੀ, ਉਹ ਸਵਰਗ ਵਰਗੀ ਹੈ। ਹੋਰ ਇੱਕ ਇੱਥੋਂ ਦੀ ਪਿਓਰਿਟੀ, ਸ਼ੁੱਧਤਾ, ਯਾਨੀ ਸ਼ੁੱਧ ਹਵਾ, ਸ਼ੁੱਧ ਖਾਣ ਪਾਣ, ਓਕੇ। ਹੋਰ ਕੀ? ਐਂਡ ਪੀਸ, ਅਤੇ ਇੱਥੋਂ ਦੀ ਸ਼ਾਂਤੀ, ਉਹ ਵੀ ਸਵਰਗ ਵਰਗੀ ਹੈ। ਠੀਕ, ਸੋ ਤੁਸੀਂ ਕਿੱਦਾਂ ਲਿਖੋਗੇ? ਇਟ ਇਜ਼ ਅ ਪੈਰਾਡਾਈਜ਼ ਆਫ ਬਿਊਟੀ, ਪਿਓਰਿਟੀ ਐਂਡ ਪੀਸ। ਸੋ ਪੈਰਾਡਾਈਜ਼ ਕੱਲਾ ਚੀਜ਼ਾਂ ਨਾਲ ਨਹੀਂ ਬਣਦਾ, ਬੰਦੇ ਵੀ ਵਧੀਆ ਚਾਹੀਦੇ ਨੇ। ਸੋ ਇੱਥੇ ਤੁਸੀਂ ਬੰਦਿਆਂ ਬਾਰੇ ਵੀ ਜ਼ਿਕਰ ਕਰ ਸਕਦੇ ਹੋ। ਦ ਪੀਪਲ ਲਿਵਿੰਗ ਹੇਅਰ ਆਰ ਇਨੋਸੈਂਟ। ਇੱਥੇ ਰਹਿਣ ਵਾਲੇ ਲੋਕ ਬਹੁਤ ਭੋਲੇ ਭਾਲੇ, ਸਿੱਧੇ ਸਾਦੇ ਹਨ, ਯਾਨੀ ਉਹਨਾਂ ਦੇ ਮਨ ਵਿੱਚ ਕੋਈ ਕਪਟ ਵਿਕਾਰ ਨਹੀਂ ਹੈ। ਐਂਡ ਡਿਵੋਇਡ ਆਫ ਗਰੀਡ ਐਂਡ ਸੈਲਫਿਸ਼ਨੈਸ। ਡਿਵੋਇਡ ਦਾ ਮਤਲਬ ਹੁੰਦਾ ਰਹਿਤ, ਕਿਸੇ ਚੀਜ਼ ਤੋਂ ਬਿਨਾ। ਗਰੀਡ ਹੁੰਦਾ ਲਾਲਚ, ਸੈਲਫਿਸ਼ਨੈਸ ਕੀ ਹੁੰਦਾ? ਸਵਾਰਥ। ਇੱਥੇ ਰਹਿਣ ਵਾਲੇ ਲੋਕ ਲੋਭ ਅਤੇ ਸਵਾਰਥ ਤੋਂ ਰਹਿਤ ਹਨ। ਸੋ ਇੱਥੇ ਤੁਸੀਂ ਗਵਰਨਮੈਂਟ ਸਕੂਲ ਦੀ ਗੱਲ ਵੀ ਕਰ ਸਕਦੇ ਹੋ ਕਿ ਆਵਰ ਗਵਰਨਮੈਂਟ ਸਕੂਲ ਇਜ਼ ਡੂਇੰਗ ਯੋਮੈਨਸ ਵਰਕ। ਯੋਮੈਨਸ ਵਰਕ ਇਹਦਾ ਮਤਲਬ ਹੁੰਦਾ ਸ਼ਲਾਘਾਯੋਗ ਕੰਮ ਕਰਨਾ। ਆਵਰ ਗਵਰਨਮੈਂਟ ਸਕੂਲ ਇਜ਼ ਡੂਇੰਗ ਯੋਮੈਨਸ ਵਰਕ। ਸਾਡਾ ਗਵਰਨਮੈਂਟ ਸਕੂਲ ਇੱਕ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਇਨ ਅਪਲਿਫਟਿੰਗ। ਅਪਲਿਫਟਿੰਗ ਹੁੰਦਾ ਚੱਕਣ ਵਿੱਚ। ਕੀ ਚੱਕਣ ਵਿੱਚ? ਦਾ ਸਟੈਂਡਰਡ ਆਫ ਐਜੂਕੇਸ਼ਨ। ਐਜੂਕੇਸ਼ਨ ਦਾ ਸਟੈਂਡਰਡ ਚੱਕਣ ਵਿੱਚ ਸਾਡਾ ਗਵਰਨਮੈਂਟ ਸਕੂਲ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਪੂਰੀ ਲਾਈਨ ਕਿੱਦਾਂ ਪੜਾਂਗੇ? ਆਵਰ ਗਵਰਨਮੈਂਟ ਸਕੂਲ ਇਜ਼ ਡੂਇੰਗ ਯੋਮੈਨਸ ਵਰਕ ਇਨ ਅਪਲਿਫਟਿੰਗ ਦਾ ਸਟੈਂਡਰਡ ਆਫ ਐਜੂਕੇਸ਼ਨ। ਅਗਲਾ, ਮੈਡੀਕਲ ਫੈਸਿਲਿਟੀਜ਼ ਆਰ ਆਲਸੋ ਐਵਰੀਵਨਸ beck and call। beck and call ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਕਿਸੇ ਦੀਆਂ ਉਂਗਲਾਂ ਤੇ ਹੋਵੇ, ਇਸ਼ਾਰੇ ਤੇ ਹੋਵੇ, ਯਾਨੀ ਜਦੋਂ ਚਾਹੇ ਉਹ ਉਸ ਦੀ ਫੈਸਿਲਿਟੀ ਅਵੇਲ ਕਰ ਸਕੇ। ਓਕੇ, ਵੀ ਆਵਾਜ਼ ਮਾਰੀ ਤੇ ਆ ਜਾਣੀ। ਸੋ ਸਾਡੇ ਪਿੰਡ ਦੀ ਮੈਡੀਕਲ ਫੈਸਿਲਿਟੀ ਬਹੁਤ ਵਧੀਆ। ਹੁਣ ਦੇਖੋ, ਸਿੰਪਲ ਲਿਖਣਾ ਹੋਵੇ ਤੁਸੀਂ ਕਹੋਗੇ ਮੈਡੀਕਲ ਫੈਸਿਲਿਟੀਜ਼ ਆਰ ਗੁੱਡ, ਓਕੇ, ਪਰ ਆਪਾਂ ਨਾਲ ਨਾਲ ਅੱਛੀ ਇੰਗਲਿਸ਼ ਵੀ ਸਿੱਖਣੀ ਹੈ ਨਾ। ਸੋ ਆਪਾਂ ਇਦਾਂ ਕਰ ਸਕਦੇ ਹਾਂ ਕਿ ਮੈਡੀਕਲ ਫੈਸਿਲਿਟੀਜ਼ ਆਰ ਆਲਸੋ ਐਵਰੀਵਨਸ beck and call। ਕਿ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਹਨ ਉਹ ਐਵਰੀਵਨਸ ਮਤਲਬ ਹਰ ਇੱਕ ਦੀ। ਬੈਕ ਐਂਡ ਕਾਲ ਆਪਾਂ ਪੰਜਾਬੀ 'ਚ ਕਹਿ ਸਕਦੇ ਕਿ ਪਹੁੰਚ ਵਿੱਚ ਹਨ। ਸੋ ਮੈਡੀਕਲ ਫੈਸਿਲਿਟੀਜ਼ ਹਰ ਪਿੰਡ ਵਾਸੀ ਦੀ ਪਹੁੰਚ ਵਿੱਚ ਹਨ। ਵੀ ਕੀਪ ਆਵਰ ਵਿਲੇਜ ਕਲੀਨ ਐਂਡ ਗ੍ਰੀਨ। ਅਸੀਂ ਆਪਣਾ ਪਿੰਡ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਦੇ ਹਾਂ। ਸੋ ਇੱਥੇ ਤੁਸੀਂ ਕਿੰਨੀਆਂ ਹੀ ਸੋਸ਼ਲ ਗੱਲਾਂ ਐਡ ਔਨ ਕਰ ਸਕਦੇ ਹੋ ਕਿ ਇਹ ਸੋਸ਼ਲ ਗੱਲਾਂ ਵੱਲ ਸਾਡਾ ਪਿੰਡ ਧਿਆਨ ਦਿੰਦਾ, ਜਿਹਦੇ ਵਿੱਚ ਇੱਕ ਗੱਲ ਮੈਂ ਇੱਥੇ ਐਡ ਕਰ ਰਿਹਾ,
ਬਾਕੀ ਤੁਸੀਂ ਜੋ ਮਰਜ਼ੀ ਐਡ ਕਰ ਸਕਦੇ ਹੋ। ਜਿਵੇਂ ਮੈਂ ਇੱਕ ਗੱਲ ਐਡ ਕੀਤੀ ਕਿ ਵੀ ਹੈਵ ਬੈਂਡ, ਅਸੀਂ ਬੈਂਡ ਕੀਤਾ ਹੋਇਆ ਯਾਨੀ ਬੰਦ ਕੀਤਾ ਹੋਇਆ। ਕਿਸ ਚੀਜ਼ ਨੂੰ ਬੰਦ ਕੀਤਾ ਹੋਇਆ? ਸਿੰਗਲ ਯੂਜ਼ ਆਫ ਪਲਾਸਟਿਕ, ਕਿ ਪਲਾਸਟਿਕ ਦਾ ਜੋ ਸਿੰਗਲ ਯੂਜ਼ ਹੈ ਉਹਨੂੰ ਅਸੀਂ ਬੰਦ ਕੀਤਾ ਹੋਇਆ। ਕੋਈ ਵੀ ਚੀਜ਼ਾਂ ਜੋ ਡਿਸਪੋਜ਼ੇਬਲ ਹੁੰਦੀਆਂ ਨੇ, ਜਿੱਦਾਂ ਅਸੀਂ ਖਾਣ ਪੀਣ ਲਈ ਡਿਸਪੋਜ਼ੇਬਲਸ ਮੰਗਾ ਲੈਂਦੇ ਆ, ਅਸੀਂ ਉਹ ਸਾਰਾ ਕੁਝ ਆਪਣੇ ਪਿੰਡ 'ਚ ਬੈਂਡ ਕਰਤਾ ਤਾਂ ਕਿ ਪਲਾਸਟਿਕ ਦੀ ਦੁਰਵਰਤੋਂ ਨਾ ਹੋਵੇ ਤੇ ਜ਼ਿਆਦਾ ਤੋਂ ਜ਼ਿਆਦਾ ਕੂੜਾ ਜਮਾ ਨਾ ਹੋਵੇ। So we have banned single use of plastic in our village। ਬਸ ਮੇਰੇ ਖਿਆਲ ਇੰਨਾ ਬਹੁਤ ਹੈ। ਸੋ ਕਿਸ ਤਰ੍ਹਾਂ ਐਂਡ ਕਰੋਗੇ? I love my village very much। ਓਕੇ, ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਬਹੁਤ ਸੌਖਾ ਵੀ ਲੱਗਿਆ ਹੋਵੇਗਾ, ਪਸੰਦ ਵੀ ਆਇਆ ਹੋਵੇਗਾ, ਈਜ਼ੀ ਟੂ ਲਰਨ ਵੀ ਹੈ। ਹਾਂ, ਕਮੈਂਟ ਬਾਕਸ ਵਿੱਚ ਸ਼ੇਅਰ ਜ਼ਰੂਰ ਕਰਨਾ ਕਿ ਇਹ ਲੈਂਗੁਏਜ ਵਿੱਚ ਤੁਹਾਨੂੰ ਈਜ਼ੀਲੀ ਸਮਝ ਆ ਰਿਹਾ ਹੈ ਜਾਂ ਇਸ ਨੂੰ ਹੋਰ ਮੈਂ ਸਿੰਪਲੀਫਾਈ ਕਰਕੇ ਅੱਗੇ ਤੋਂ ਵੀਡੀਓ ਬਣਾਇਆ ਕਰਾਂ। ਮੇਰਾ WhatsApp ਨੰਬਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖਿਆ ਹੋਏਗਾ, ਤੁਸੀਂ ਉੱਥੇ ਮੈਨੂੰ WhatsApp ਕਰ ਸਕਦੇ ਹੋ। ਜੇ ਕੋਈ ਚਾਹੁੰਦਾ ਕਿ ਮੇਰੀਆਂ ਹੁਣ ਤੱਕ ਦੀਆਂ ਵੀਡੀਓਜ਼ ਜਾਂ ਆਉਣ ਵਾਲੀਆਂ ਵੀਡੀਓਜ਼ ਦਾ ਲਿੰਕ ਉਹਨੂੰ ਮੈਂ WhatsApp ਕਰ ਦੇਵਾਂ ਤੇ ਪਲੀਜ਼ ਮੈਨੂੰ ਤੁਸੀਂ WhatsApp ਕਰ ਸਕਦੇ ਹੋ ਤੇ ਮੈਂ ਉਹ ਲਿੰਕ ਜਿਹੜਾ ਹੈਗਾ ਤੁਹਾਨੂੰ ਪਰਸਨਲੀ ਸੈਂਡ ਕਰ ਸਕਦਾ ਹਾਂ। ਸੋ ਆਈ ਹੋਪ ਤੁਹਾਨੂੰ ਇਹ ਸਾਰਾ ਲੈਸਨ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀਆਂ ਵੀਡੀਓਜ਼ ਵੀ 7th ਕਲਾਸ ਦੀਆਂ ਇਦਾਂ ਹੀ ਤੁਹਾਨੂੰ ਮਿਲਦੀਆਂ ਰਹਿਣ ਤੇ ਸੌਖਾ ਤਰੀਕਾ, ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਹੋਏਗਾ ਉਹਨੂੰ ਤੁਸੀਂ ਪ੍ਰੈਸ ਕਰ ਸਕਦੇ ਹੋ ਤਾਂ ਕਿ ਸਿੱਧਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਤੁਹਾਡੇ ਕੋਈ ਵੀ ਗੈਜਟ ਜੋ ਤੁਸੀਂ ਯੂਜ਼ ਕਰਦੇ ਹੋ ਉੱਥੇ ਤੱਕ ਡਾਇਰੈਕਟ ਪਹੁੰਚ ਸਕਣ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੀ ਵੀਡੀਓ 'ਚ।